ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਕਿ ਬੇਟਾ ਤੁਹਾਨੂੰ ਪਤਾ ਹੀ ਹੈ, ਤੁਹਾਡੇ ਸਕੂਲ ਦੇ ਵਿੱਚ ਜਿਹੜੀਆਂ ਵਿਭਾਗ ਵੱਲੋਂ NAS ਦੀਆਂ ਬੁਕਲੈਟਸ ਨੇ ਉਹ ਪਹੁੰਚ ਚੁੱਕੀਆਂ। ਉਹ ਸਾਰੇ ਬੱਚਿਆਂ ਨੂੰ ਮਿਲ ਵੀ ਗਈਆਂ ਹੋਣਗੀਆਂ। ਸਾਰੇ ਅਧਿਆਪਕ ਸਾਥੀਆਂ ਨੂੰ ਰਿਕੁਐਸਟ ਹੈ, ਜੇ ਕਿਸੇ ਬੱਚੇ ਨੂੰ ਬੁਕਲੈਟ ਨਹੀਂ ਮਿਲੀ ਹੋਈ ਤਾਂ ਪਲੀਜ਼ ਉਹਨਾਂ ਨੂੰ ਡਿਸਟਰੀਬਿਊਟ ਜ਼ਰੂਰ ਕਰ ਦਿਓ। ਔਰ ਅੱਜ ਆਪਾਂ ਉਸੇ ਬੁਕਲੈਟ ਦਾ ਜਿਹੜਾ ਫਸਟ ਪੇਪਰ ਹੈ NAS ਸੈਂਪਲ ਪੇਪਰ 1 ਹੈ, ਉਸ ਦੇ ਜਿਹੜੇ ਪਹਿਲੇ 20 ਕੁਐਸਚਨ ਆਪਾਂ ਉਹਨਾਂ ਨੂੰ ਸੋਲਵ ਕਰਾਂਗੇ ਔਰ ਬਾਕੀ ਦੇ ਜਿਹੜੇ ਕੁਐਸਚਨ ਜੋ ਹੋਣਗੇ ਉਹਨੂੰ ਆਪਾਂ ਸੈਕੰਡ ਵੀਡੀਓ ਦੇ ਵਿੱਚ ਸੋਲਵ ਕਰਾਂਗੇ, ਤਾਂ ਕਿ ਆਪਾਂ ਹਰ ਇੱਕ ਕਨਸੈਪਟ ਨੂੰ ਬਰੀਕੀ ਨਾਲ ਸਿੱਖ ਸਕੀਏ। ਪਹਿਲਾ ਪ੍ਰਸ਼ਨ ਹੈ ਸਾਡਾ, ਦਿੱਤੇ ਚਿੱਤਰ ਵਿੱਚ AB ਅਤੇ CD ਦੋ H1 ਅਤੇ H2 ਉਚਾਈਆਂ ਦੇ ਟਾਵਰ ਹਨ। AB ਔਰ CD ਦੋ H1 ਅਤੇ H2 ਉਚਾਈਆਂ ਦੇ ਟਾਵਰ ਹਨ। OAC ਦਾ ਮੱਧ ਬਿੰਦੂ ਹੈ। AB ਅਤੇ CD 30 ਡਿਗਰੀ ਅਤੇ 60 ਡਿਗਰੀ ਦਾ ਕੋਣ ਬਿੰਦੂ O ਤੋਂ ਬਣਾਉਂਦੇ ਹਨ, ਤਾਂ H1 ਅਤੇ H2 ਦਾ ਅਨੁਪਾਤ ਹੈ ਜਿਹੜਾ ਉਹ ਅਸੀਂ ਫਾਈਂਡ ਆਊਟ ਕਰਨਾ ਹੈਗਾ। ਠੀਕ ਹੈ, ਚਲੋ ਡਾਇਗਰਾਮ ਤੋਂ ਆਪਾਂ ਇਸ ਕੁਐਸਚਨ ਨੂੰ ਕਰਦੇ ਹਾਂ। ਦੇਖੋ ਇਹ ਡਾਇਗਰਾਮ ਸਾਨੂੰ ਦਿੱਤਾ ਹੋਏਗਾ, ਸਾਈਡ ਤੇ ਬਣਿਆ ਹੋਇਆ। ਇਸ ਦੇ ਵਿੱਚ ਦੋ ਟਾਵਰ ਹੈ, ਇੱਕ AB ਔਰ ਇੱਕ CD। ਦੋਨਾਂ ਦੀਆਂ ਉਚਾਈਆਂ ਕਿੰਨੀਆਂ? H1 ਔਰ H2। ਔਰ ਸਾਨੂੰ ਇਹ ਗੱਲ ਕਹੀ ਹੋਈ ਹੈ ਜਿਹੜਾ O ਪੁਆਇੰਟ ਹੈ ਉਹ AC ਦਾ ਕੀ ਹੈ? ਮਿਡ ਪੁਆਇੰਟ ਹੈ। ਇਹ ਸਾਰੀ ਸਾਈਡ ਜਿਹੜੀ ਭੁਜਾ ਹੈ ਸਾਡੇ ਕੋਲ AC, ਇਸ ਦਾ ਮੱਧ ਬਿੰਦੂ ਹੈ। ਇਸ ਕਰਕੇ ਜਿਹੜੇ ਦੋਨੋਂ ਭਾਗ ਹੋਣਗੇ ਆ ਵਾਲਾ AO ਔਰ OC, ਇਹ ਦੋਨੋਂ ਬਰਾਬਰ ਹੋਣਗੇ। ਮੰਨ ਲੈਣੇ ਜੇ ਇਹਦੀ ਲੰਬਾਈ ਸਾਡੇ ਕੋਲ X ਹੈ ਤਾਂ OC ਦੀ ਲੰਬਾਈ ਵੀ ਕਿੰਨੀ ਹੈ? ਸਾਡੇ ਕੋਲ X ਹੀ ਹੋਵੇਗੀ। ਹੁਣ ਦੇਖੋ ਇਹ ਸਾਡੇ ਕੋਲ ਜਿਹੜੀਆਂ ਦੋ ਟ੍ਰਾਇੰਗਲ ਨੇ, ਰਾਈਟ ਐਂਗਲ ਟ੍ਰਾਇੰਗਲ ਨੇ। ਸਾਨੂੰ ਪਤਾ ਹੈ ਜੇ ਅਸੀਂ ਲੰਬ ਬਟਾ ਕਰਨ ਕਰਦੇ ਹਾਂ, ਲੰਬ ਬਟਾ ਆਧਾਰ ਕਰਦੇ ਹਾਂ ਤਾਂ tan ਥੀਟਾ ਹੁੰਦਾ। ਕਿਵੇਂ? ਦੇਖੋ ਆ ਸਾਡੇ ਕੋਲ ਰਾਈਟ ਐਂਗਲ ਟ੍ਰਾਇੰਗਲ ਹੈ ABC। ਪਹਿਲਾਂ ਇਸ ਦੇ ਵਿੱਚ ਜੇ ਅਸੀਂ ਦੇਖਦੇ ਹਾਂ ਤਾਂ 90 ਦੇ ਕੋਣ ਦੇ ਸਾਹਮਣੇ ਜਿਹੜੀ ਭੁਜਾ ਹੁੰਦੀ ਹੈ ਬੇਟਾ ਉਹ ਕਰਨ ਹੁੰਦੀ ਹੈ, ਔਰ ਜਿਹੜੀ ਹੇਠਾਂ ਭੁਜਾ ਇਹ ਸਾਡੇ ਕੋਲ ਆਧਾਰ ਹੈ, ਔਰ ਇਹ ਸਾਡੇ ਕੋਲ ਜਿਹੜੀ ਕੋਣ ਦੇ ਸਾਹਮਣੇ ਭੁਜਾ ਹੁੰਦੀ ਹੈ ਉਹ ਕੀ ਹੁੰਦੀ ਹੈ? ਲੰਬ। ਜਿਵੇਂ 30 ਡਿਗਰੀ ਦੇ ਸਾਹਮਣੇ ਹੈ ਜਿਹੜੀ ਭੁਜਾ ਇਹ ਲੰਬ ਹੈ। ਪਹਿਲੀ ਟ੍ਰਾਇੰਗਲ ਦੇ ਵਿੱਚ ਦੇਖੋ, ਇਸ ਟ੍ਰਾਇੰਗਲ ਦੇ ਵਿੱਚ ਜੇ ਇੱਥੋਂ ਅਸੀਂ ਆਪਾਂ H1 ਵਟਾ X ਕਰ ਦਈਏ, ਲੰਬ ਵਟਾ ਆਧਾਰ ਕਰ ਦਈਏ, ਠੀਕ ਹੈ, ਤਾਂ ਉਹ ਬਣ ਗਿਆ ਸਾਡੇ ਕੋਲ tan 30 ਡਿਗਰੀ, tan 30 ਡਿਗਰੀ। ਔਰ tan 30 ਡਿਗਰੀ ਦੀ ਜਿਹੜੀ ਵੈਲਿਊ ਹੈ ਉਹ ਹੁੰਦੀ ਹੈ ਸਾਡੇ ਕੋਲ 1/√3। ਇਸੇ ਤਰ੍ਹਾਂ ਜੇ ਅਸੀਂ H2 ਵਟਾ X ਕਰਦੇ ਹਾਂ ਦੂਸਰੀ ਟ੍ਰਾਇੰਗਲ ਦੇ ਵਿੱਚ, ਇੱਧਰਲੀ ਸਾਈਡ ਇਸ ਟ੍ਰਾਇੰਗਲ ਦੀ ਗੱਲ ਕਰੀਏ H2 ਵਟਾ X, ਉੱਥੇ ਵੀ ਸਾਡੇ ਕੋਲ ਲੰਬ ਵਟਾ ਆਧਾਰ ਇਸੇ ਤਰ੍ਹਾਂ ਕੀ ਬਣੇਗਾ? tan 60 ਡਿਗਰੀ, ਕਿਉਂਕਿ ਉਸ ਟ੍ਰਾਇੰਗਲ ਦੇ ਵਿੱਚ ਜਿਹੜਾ ਐਂਗਲ ਹੈ ਦੇਖੋ ਕਿੰਨਾ ਹੈ? 60 ਡਿਗਰੀ ਦਾ। ਤਾਂ ਸਾਡੇ ਕੋਲੇ tan 60 ਦੀ ਜਿਹੜੀ ਵੈਲਿਊ ਹੁੰਦੀ ਹੈ ਉਹ ਹੁੰਦੀ ਹੈ √3। ਤਾਂ ਸਾਡੇ ਕੋਲੇ ਇੱਕ ਫਸਟ ਇਕੁਏਸ਼ਨ ਆ ਗਈ ਔਰ ਇੱਕ ਆ ਗਈ ਸਾਡੇ ਕੋਲੇ ਸੈਕੰਡ ਇਕੁਏਸ਼ਨ। ਜੇ ਅਸੀਂ ਦੋਨਾਂ ਨੂੰ ਡਿਵਾਈਡ ਕਰ ਦਈਏ, ਡਿਵਾਈਡ ਕਰਦੇ ਹਾਂ ਅਸੀਂ H1 ਵਟਾ X ਨੂੰ ਜੇ ਡਿਵਾਈਡ ਕਰਾਂਗੇ ਅਸੀਂ H2 ਵਟਾ X, ਤੇ ਦੋਨੋਂ ਸਾਈਡ ਅਸੀਂ ਡਿਵਾਈਡ ਕਰਤਾ ਦੋਨੋਂ ਇਕੁਏਸ਼ਨ ਨੂੰ। H1 ਵਟਾ X ਜਿਹੜੀ ਵੈਲਿਊ ਹੈ ਉਹ H2 ਵਟਾ X ਤੇ ਡਿਵਾਈਡ ਹੋ ਗਈ, ਔਰ ਜਿਹੜੀ 1/√3 ਵੈਲਿਊ ਸੀ ਉਹ ਕਿਸ ਨਾਲ ਡਿਵਾਈਡ ਹੋ ਜੂਗੀ? √3 ਨਾਲ। ਮੰਨ ਲਓ ਇਹਦੇ ਡਿਵਾਈਡ ਬਾਈ 1 ਹੈ, ਠੀਕ ਹੈ, ਇਹਨੂੰ ਅਸੀਂ ਐਂ ਲਿਖ ਸਕਦੇ ਹਾਂ। ਤਾਂ X ਨਾਲ ਦੇਖੋ X ਕੀ ਹੋ ਗਿਆ? ਕੈਂਸਲ। ਔਰ ਇਹ ਆ ਗਿਆ ਸਾਡੇ ਕੋਲ H1 ਵਟਾ H2 ਇਕੁਅਲ ਟੂ ਕੀ ਆ ਗਿਆ ਸਾਡੇ ਕੋਲ? ਇਹ ਸਾਡੇ ਕੋਲ 1/√3। ਆ ਜਿਹੜੀ ਹੇਠਾਂ ਵੈਲਿਊ ਹੈ ਰਕਮ ਉਲਟ ਕੇ ਬੇਟਾ ਗੁਣਾ ਹੋ ਜਾਂਦੀ ਹੁੰਦੀ ਹੈ, ਇਹ ਹੋ ਜਾਊਗਾ 1/√3। ਤਾਂ ਇਹ ਸਾਡੇ ਕੋਲ ਬਣ ਗਿਆ 1/√3 ਦੀ √3 ਨਾਲ ਮਲਟੀਪਲਾਈ ਕਰਾਂਗੇ ਤਾਂ ਰੂਟ ਹੈ ਜਿਹੜਾ ਉਹ ਖਤਮ ਹੋ ਜਾਏਗਾ। ਇਹ ਹੋ ਜਾਏਗਾ 1/3 ਯਾਨੀ 1:3। ਜਿਹੜਾ ਅਨੁਪਾਤ ਹੈ ਉਹ ਕਿੰਨਾ ਆ ਗਿਆ? 1:3 ਆ ਗਿਆ। ਤਾਂ ਸਾਡਾ ਜਿਹੜਾ ਰਾਈਟ ਆਨਸਰ ਹੈ ਉਹ 1:3 ਹੈ ਪਹਿਲੇ ਕੁਐਸਚਨ ਦਾ। ਇਸ ਤਰੀਕੇ ਨਾਲ ਬੇਟਾ ਇਸ ਕੁਐਸਚਨ ਨੂੰ ਸੋਲਵ ਕਰਨਾ ਸੀ। ਤਾਂ ਇਸ ਨੂੰ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰ ਸਕਦੇ ਹੋ ਵੀਡੀਓ ਨੂੰ ਰੋਕ ਕੇ। ਚਲੋ ਇਹਨੂੰ ਆਪਾਂ ਕੁਐਸਚਨ ਨੂੰ ਸੋਲਵ ਕਰ ਲਿਆ, ਫਸਟ ਕੁਐਸਚਨ ਨੂੰ। ਹੁਣ ਆਪਾਂ ਕਰਦੇ ਹਾਂ ਸੈਕੰਡ ਕੁਐਸਚਨ। ਸੈਕੰਡ ਕੁਐਸਚਨ ਦੇ ਵਿੱਚ ਕੀ ਹੈ? ਦੋ ਘਾਤੀ ਸਮੀਕਰਨ ਸਾਨੂੰ ਦਿੱਤੀ ਹੋਈ ਹੈ, ਇਸ ਦੇ ਮੂਲ ਹੈ ਜਿਹੜੇ ਉਹ ਪਤਾ ਕਰਨੇ। ਦੋ ਮੈਥਡ ਨਾਲ ਬੇਟਾ ਇਹ ਕੁਐਸਚਨ ਨੂੰ ਕਰ ਸਕਦੇ ਹਾਂ। ਇੱਕ ਤਾਂ ਹੈਗਾ ਅਸੀਂ ਵੈਲਿਊ ਪੁੱਟ ਕਰਕੇ ਵੀ ਚੈੱਕ ਕਰ ਸਕਦੇ ਹਾਂ ਕਿਹੜੇ ਸਾਡੇ ਦੋ ਘਾਤੀ ਸਮੀਕਰਨ ਦੇ ਮੂਲ ਹੈਗੇ ਹੈ ਔਰ ਕਿਹੜੇ ਨਹੀਂ ਹੈਗੇ। ਤਾਂ ਇੱਕ ਅਸੀਂ ਜਿਹੜਾ ਆਪਣਾ ਟ੍ਰੈਡੀਸ਼ਨਲ ਮੈਥਡ ਹੈ ਗੁਣਨਖੰਡ ਨਾਲ, ਅਸੀਂ ਜਿਵੇਂ ਕਰਦੇ ਹੁੰਦੇ ਹਾਂ, ਪਹਿਲਾਂ ਆਪਾਂ ਉਹੀ ਮੈਥਡ ਨਾਲ ਕਰਦੇ ਹਾਂ ਗੁਣਨਖੰਡ ਨਾਲ। ਤਾਂ x² - 2x - 35 ਇਕੁਅਲ ਟੂ ਕੀ ਹੈ ਸਾਡੇ ਕੋਲੇ 0। ਇਹ ਸਾਡੀ ਇਕੁਏਸ਼ਨ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਗੁਣਨਖੰਡ ਇਸ ਤਰ੍ਹਾਂ ਦੇ ਕਰਨੇ ਆ ਵੀ ਸਾਡੀ ਜਿਹੜੀ ਗੁਣਾ ਉਹ 35 ਬਣੇ ਮਾਈਨਸ ਦਾ, ਔਰ ਜਿਹੜਾ ਜੋੜ ਹੈ ਸਾਡਾ ਕਿੰਨਾ ਬਣੇ?
2x। ਤਾਂ ਇਹਦੇ ਜਿਹੜੇ ਗੁਣਨਖੰਡ ਕੀ ਬਣਨਗੇ 7 5 35 ਯਾਨੀ ਮਾਈਨਸ ਦਾ 7x ਪਲੱਸ ਦਾ 5x। ਜਦੋਂ 7 ਚੋਂ 5 ਘਟਾਵਾਂਗੇ ਅਸੀਂ ਮਾਈਨਸ ਦਾ 2x ਬਚ ਰਿਹਾ, ਦੇਖੋ ਮਾਈਨਸ ਦੇ 7 ਹੈ ਪਲੱਸ ਦੇ 5 ਔਰ ਗੁਣਾ ਕਰਾਂਗੇ ਤਾਂ ਸਾਡੇ ਕੋਲ ਕਿੰਨਾ ਆ ਰਿਹਾ ਮਾਈਨਸ 35। ਤਾਂ ਇਹ ਸਾਡੇ ਇਹਦੇ ਗੁਣਨਖੰਡ ਬਣਨਗੇ। ਅਸੀਂ ਇੱਥੋਂ x ਸਾਂਝਾ ਕੱਢ ਲਾਂਗੇ, ਇੱਥੇ ਰਹਿ ਜਾਏਗਾ x ਮਾਈਨਸ 7 ਔਰ ਫਿਰ ਇੱਥੋਂ ਅਸੀਂ ਪਲੱਸ 5 ਸਾਂਝਾ ਕੱਢਾਂਗੇ, ਇੱਥੇ ਸਾਡੇ ਕੋਲ ਰਹਿ ਗਿਆ x ਮਾਈਨਸ 7 ਬਰਾਬਰ 0। ਹੁਣ ਅਸੀਂ x ਮਾਈਨਸ 7 ਸਾਂਝਾ ਕੱਢ ਲਾਂਗੇ ਇੱਥੋਂ, ਤਾਂ ਇੱਥੇ ਸਾਡੇ ਕੋਲ ਕੀ ਬਚੇਗਾ x ਔਰ ਅੱਗੇ ਜਦੋਂ ਇੱਥੋਂ x ਮਾਈਨਸ 7 ਸਾਂਝਾ ਕੱਢ ਲਿਆ, ਇੱਥੇ ਰਹਿ ਗਿਆ 5 ਬਰਾਬਰ 0। ਜਦੋਂ ਪਹਿਲੇ ਗੁਣਨਖੰਡ ਨੂੰ ਅਸੀਂ 0 ਦੇ ਬਰਾਬਰ ਰੱਖਦੇ ਹਾਂ x ਮਾਈਨਸ 7 ਨੂੰ, ਤਾਂ x ਦੀ ਵੈਲਿਊ ਆ ਗਈ ਸਾਡੇ ਕੋਲ 7 ਔਰ ਜਦੋਂ ਅਸੀਂ ਦੂਸਰੇ ਗੁਣਨਖੰਡ ਨੂੰ 0 ਦੇ ਬਰਾਬਰ ਰੱਖਦੇ ਹਾਂ ਤਾਂ ਸਾਡੇ ਕੋਲ x ਦੀ ਵੈਲਿਊ ਆ ਗਈ ਮਾਈਨਸ 5। ਤਾਂ ਇਹ ਸਾਡਾ ਗੁਣਨਖੰਡ ਵਿਧੀ ਸੀ ਜਿਹਦੇ ਨਾਲ ਅਸੀਂ ਪਹਿਲਾਂ ਵੀ ਇਹ ਕੁਐਸਚਨ ਨੂੰ ਬੇਟਾ ਸੋਲਵ ਕਰਦੇ ਹੁੰਦੇ। ਤਾਂ ਸੈਕੰਡ ਆਪਸ਼ਨ ਸਾਡਾ ਰਾਈਟ ਆਨਸਰ ਹੈ। ਔਰ ਦੂਸਰਾ ਮੈਥਡ ਇੱਕ ਜਿਹੜਾ ਤੁਹਾਨੂੰ ਹੋਰ ਦੱਸਦੇ ਹਾਂ ਉਹ ਕੀ ਹੈ, ਜੇ ਅਸੀਂ ਗੁਣਨਖੰਡ ਨਾ ਬਣਾਉਣੇ ਹੋਣ ਤਾਂ ਫਿਰ ਅਸੀਂ ਕੁਐਸਚਨ ਨੂੰ ਕਿਵੇਂ ਕਰਾਂਗੇ। ਦੇਖੋ ਸਾਡੇ ਕੋਲ ਜਿਹੜੀ ਇਕੁਏਸ਼ਨ ਹੈ ਉਸ ਨੂੰ ਪਹਿਲਾਂ ਅਸੀਂ ਲਿਖ ਲਿਆ। ਸਾਡੇ ਕੋਲ ਜਿਹੜੀ ਇਕੁਏਸ਼ਨ ਸੀਗੀ ਉਹ ਸੀਗੀ x ਸਕੁਅਰ ਮਾਈਨਸ 2x ਮਾਈਨਸ 35 x ਸਕੁਅਰ ਮਾਈਨਸ 2x ਮਾਈਨਸ 35 ਇਕੁਅਲ ਟੂ 0। ਪਹਿਲੇ ਆਨਸਰ ਦੇ ਵਿੱਚ ਦੇਖੋ ਤੁਸੀਂ ਕੋਈ ਇੱਕ ਵੈਲਿਊ ਚੱਕ ਲਓ, ਮੰਨ ਲਓ 5 ਹੈ, ਅਸੀਂ 5 ਭਰ ਕੇ ਦੇਖਦੇ ਹਾਂ। 5 ਸਕੁਅਰ ਮਾਈਨਸ 2 ਫਿਰ 5 ਫਿਰ ਮਾਈਨਸ 35 ਇਕੁਅਲ ਟੂ 0। x ਦੀ ਵੈਲਿਊ 5 ਪੁੱਟ ਕਰਤੀ ਮੈਂ, ਤਾਂ ਇੱਥੇ ਆ ਕੇ ਦੇਖੋ 5 ਦਾ ਸਕੁਅਰ 25 ਮਾਈਨਸ 10 ਮਾਈਨਸ 35 ਨੂੰ ਸੋਲਵ ਕਰ ਲਿਆ। 5 ਦਾ ਸਕੁਅਰ ਕਰਤਾ, 2 ਦੀ 5 ਨਾਲ ਮਲਟੀਪਲਾਈ ਕਰਤੀ ਮਾਈਨਸ 35। ਇਹ ਸਾਡੇ ਕੋਲ ਗਿਆ 25 ਮਾਈਨਸ ਔਰ ਇਹਨਾਂ ਨੂੰ ਐਡ ਕਰਾਂਗੇ ਅਸੀਂ, ਬਣ ਗਿਆ ਸਾਡੇ ਕੋਲ ਮਾਈਨਸ 45 ਔਰ ਇੱਧਰ ਵੈਲਿਊ ਸਾਡੇ ਕੋਲ ਜਿਹੜੀ ਹੈ 0 ਨਹੀਂ ਬਣ ਰਹੀ। ਤਾਂ ਦੋਨੋਂ ਲੈਫਟ ਹੈਂਡ ਸਾਈਡ ਔਰ ਰਾਈਟ ਹੈਂਡ ਸਾਈਡ ਬਰਾਬਰ ਨਹੀਂ ਆ ਰਹੀ, ਯਾਨੀ ਖੱਬਾ ਪਾਸਾ ਔਰ ਸੱਜਾ ਪਾਸਾ ਦੋਨੋਂ ਬਰਾਬਰ ਨਹੀਂ ਹੈਗੇ। ਤਾਂ ਯਾਨੀ ਸਾਡਾ ਇਹ ਆਨਸਰ ਨਹੀਂ ਹੈਗਾ। ਤਾਂ ਜਿੰਨਾ ਆਪਸ਼ਨ ਦੇ ਵਿੱਚ 5 ਹੋਊਗਾ, ਇਸ ਫੋਰਥ ਆਪਸ਼ਨ ਦੇ ਵਿੱਚ ਵੀ ਹੈ, ਇਹ ਸਾਡਾ ਆਨਸਰ ਨਹੀਂ ਹੈਗਾ। ਹੁਣ ਆਪਾਂ ਅਗਲਾ ਜਿਹੜਾ ਆਪਸ਼ਨ ਹੈ 7 ਉਸ ਨੂੰ ਚੈੱਕ ਕਰਦੇ ਹਾਂ। ਤਾਂ ਦੇਖੋ 7 ਸਕੁਅਰ ਮਾਈਨਸ 2 ਇੰਟੂ 7 ਮਾਈਨਸ 35 ਇਕੁਅਲ ਟੂ 0। ਹੁਣ ਜਿਹੜਾ 7 ਹੈ ਅਸੀਂ ਉਹ ਪੁੱਟ ਕਰਕੇ ਦੇਖਿਆ, ਦੋ ਸਾਡੇ ਆਨਸਰ ਚਲੇ ਗਏ। ਪਹਿਲੀ ਕੁਐਸਚਨ ਦੇ ਵਿੱਚ ਹੁਣ ਦੁਬਾਰਾ ਫਿਰ ਆਪਾਂ x ਦੀ ਵੈਲਿਊ ਕਿੰਨੀ ਪੁੱਟ ਕਰਤੀ 7 ਪੁੱਟ ਕਰਤੀ। ਤਾਂ ਇਹ ਸਾਡੇ ਕੋਲ 7 ਦਾ ਸਕੁਅਰ ਕਰਾਂਗੇ ਆ ਜਾਊਗਾ 49, 7 ਦੀ 2 ਨਾਲ ਮਲਟੀਪਲਾਈ ਕਰਾਂਗੇ ਆ ਜਾਊਗਾ ਸਾਡੇ ਕੋਲ 14 ਮਾਈਨਸ 35 ਇਕੁਅਲ ਟੂ 0। ਤਾਂ ਇਹ ਸਾਡੇ ਕੋਲ ਤੁਸੀਂ ਦੇਖੋ 49 ਇਹ ਹੋ ਗਿਆ ਔਰ 49 ਇਹ ਹੋ ਗਿਆ ਹੈ ਨਾ, 49 ਮਾਈਨਸ 49 49 ਮਾਈਨਸ 49 ਕਿੰਨਾ ਬਣ ਗਿਆ ਸਾਡੇ ਕੋਲ 0। ਤਾਂ 0 ਬਰਾਬਰ 0 ਆ ਰਿਹਾ। ਤਾਂ ਇਹ ਸਾਡਾ ਆਨਸਰ ਹੋ ਸਕਦਾ ਹੈ, ਠੀਕ ਹੈ। ਉਸ ਤੋਂ ਬਾਅਦ ਮਾਈਨਸ 5 ਹੈ, ਇਹਨੂੰ ਹੋਰ ਚੈੱਕ ਕਰ ਲਓ ਇੱਕ ਵਾਰ। ਮਾਈਨਸ 5 ਨੂੰ ਅਸੀਂ ਚੈੱਕ ਕਰਦੇ ਹਾਂ ਜੀ, ਵੈਲਿਊ ਪੁੱਟ ਕਰਕੇ ਦੇਖਦੇ ਹਾਂ। ਦੇਖੋ ਮਾਈਨਸ 5 ਦਾ ਸਕੁਅਰ ਪਹਿਲਾਂ ਔਰ ਫਿਰ x ਦੀ ਜਗ੍ਹਾ 'ਤੇ ਅਸੀਂ ਵੈਲਿਊ ਪੁੱਟ ਕਰੀਏ ਮਾਈਨਸ 5 ਮਾਈਨਸ 35 ਇਕੁਅਲ ਟੂ 0। ਤਾਂ ਇਹ ਸਾਡੇ ਕੋਲ 25 ਆ ਗਿਆ ਔਰ ਮਾਈਨਸ ਤੇ ਮਾਈਨਸ ਕੀ ਹੋ ਗਿਆ प्लस माइनस और माइनस कितना हो गया साढ़े को प्लस हो गया 5 दूनी 10 माइनस 35 तो वही साढ़े को देखो 35 चो 35 माइनस किया 0 बराबर 0 आ गया। तो असी इस तरीके भी इस क्वेश्चन में बेटा कर सकते सी। इस दे नाल सानू वैल्यू पुट करके देखनी पऊगी, चैक करना पऊगा भी किहड़ा साडा आंसर हो सकता है। तो दोनों ऑप्शन सी जिहड़े सैकेंड ऑप्शन दे विच जिहड़े दोनों ऑप्शन सी वो साडी इक्वेशन नू सैटिस्फाई कर रहे सी, तो ये साडा आंसर है। तो इस तरीके नाल भी असीं इस क्वेश्चन नू कर सकते हैं। दोनों मैथड बेटा मैं तुहानूं समझाते। चलो नैक्सट क्वेश्चन देखते हैं आपां। दिता होया लेख बहुपद PX दा है, PX के सिफरां की गिनती कितनी है। तो ये तुहानूं मैं बेटा दसदा, जदों साडे कोले Y तुरा हुंदा है, ये साडे कोले X तुरा हुंदा है, ठीक है। जदों भी किसी बहुपद का ग्राफ जिन्ने बार X तुरे नूं कट्टेगा, Y तुरे नाल कोई मतलब नहीं, जिन्ने बार X तुरे नूं कट्टेगा जां टच करेगा। देखो इत्थे कितने बार कर 1 2 3 4 5 6 7, तो इत्थे 7 सिफरां हो गई। जिन्ने बार X तुरे नूं कट्टेगा, ठीक है, तो उन्नियां सिफरां उस बहुपद दियां हुंदियां। हुण साडे कोले जिहड़ा डायग्राम सी, हुण असीं उस ते चलदे हां। क्वेश्चन दे विच साडे कोल जिहड़ा ग्राफ है आ रहा बहुपद दा, ये X तुरे नूं एक बार भी नहीं कटदा, बहुपद Y तुरे नूं कट रहा है। पर मैं तुहानूं दस्सिआ साडा जिहड़ा ग्राफ है वो किहड़े तुरे नूं कटना चाहिदा, किहड़ी एक्सिस नूं कटना चाहिदा, X एक्सिस नूं। तो X तुरे नूं तां कट ही नहीं रहा किते भी, तो इस करके इस बहुपद की कोई भी सिफर नहीं हैगी। इत्थे सिफरां की गिनती की होगी 0 होगी। तो साडा जिहड़ा राइट आंसर है वो की है 0। तो ये साडा राइट आंसर सी, ठीक है। चलो नैक्सट क्वेश्चन।
ਨੈਕਸਟ ਸਾਡੇ ਕੋਲੇ ਕੁਐਸਚਨ ਦੇਖੋ ਕੀ ਹੈ, ਜੇਕਰ ਸਮਭੁਜੀ ਤ੍ਰਿਭੁਜ ਦਾ ਖੇਤਰਫਲ 16 ਵਰਗਮੂਲ 3 ਵਰਗ ਸੈਂਟੀਮੀਟਰ ਹੈ ਤਾਂ ਤ੍ਰਿਭੁਜ ਦਾ ਪਰਿਮਾਪ ਕੀ ਹੋਵੇਗਾ। ਕਿਹੜੀ ਤ੍ਰਿਭੁਜ ਦੀ ਗੱਲ ਹੋਈ ਹੈ ਬੇਟਾ, ਪਹਿਲਾਂ ਇਹ ਦੇਖੋ ਸਮਭੁਜੀ ਤ੍ਰਿਭੁਜ ਦੀ ਗੱਲ ਹੋਈ ਹੈ ਨਾ। ਤਾਂ ਸਮਭੁਜੀ ਤ੍ਰਿਭੁਜ ਦਾ ਖੇਤਰਫਲ ਦਾ ਤੁਹਾਡੇ ਫਾਰਮੂਲਾ ਯਾਦ ਹੋਣਾ ਚਾਹੀਦਾ। ਦੇਖੋ ਉਹਦਾ ਖੇਤਰਫਲ ਸਾਨੂੰ ਦਿੱਤਾ ਹੋਇਆ, ਪਹਿਲੀ ਗੱਲ ਉਸ ਤ੍ਰਿਭੁਜ ਦਾ ਜਿਹੜਾ ਖੇਤਰਫਲ ਹੈ ਉਹ ਏਰੀਆ ਸਾਨੂੰ ਉਹ ਦਿੱਤਾ ਹੋਇਆ 16 ਵਰਗਮੂਲ 3 ਸਕੁਅਰ ਸੈਂਟੀਮੀਟਰ, ਠੀਕ ਹੈ, ਵਰਗ ਸੈਂਟੀਮੀਟਰ ਇਹ ਸਾਨੂੰ ਦਿੱਤਾ ਹੋਇਆ। ਔਰ ਸਮਭੁਜੀ ਤ੍ਰਿਭੁਜ ਦੇ ਖੇਤਰਫਲ ਦਾ ਜਿਹੜਾ ਫਾਰਮੂਲਾ ਹੁੰਦਾ ਵਰਗਮੂਲ 3/4 ਭੁਜਾ ਦਾ ਸਕੁਅਰ ਯਾਨੀ ਏ ਸਕੁਅਰ। ਇਹ ਕੀ ਹੈ, ਉਸ ਤ੍ਰਿਭੁਜ ਦੀ ਭੁਜਾ ਜਿਹੜੀ ਸਾਡੇ ਕੋਲੇ ਸਮਭੁਜੀ ਤ੍ਰਿਭੁਜ ਸੀ ਜਿਹਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ, ਉਸ ਤ੍ਰਿਭੁਜ ਦਾ ਬੇਟਾ ਖੇਤਰਫਲ ਜੇ ਅਸੀਂ ਕੱਢਣਾ ਹੋਵੇ ਤਾਂ ਉਸ ਦਾ ਜਿਹੜਾ ਫਾਰਮੂਲਾ ਹੁੰਦਾ ਵਰਗਮੂਲ 3/4 ਸਾਈਡ ਦਾ ਸਕੁਅਰ, ਮੰਨ ਲਓ ਉਹਦੀ ਸਾਈਡ ਕੀ ਹੈ ਏ ਹੈ, ਤਾਂ ਇਹ ਫਾਰਮੂਲਾ ਹੁੰਦਾ। ਤਾਂ ਇਹਨੂੰ ਬਰਾਬਰ ਰੱਖ ਦਿੰਦੇ ਅਸੀਂ ਇਸ ਦੇ, ਕਿਉਂਕਿ ਖੇਤਰਫਲ ਸਾਨੂੰ ਦਿੱਤਾ ਹੋਇਆ। √3 ਨਾਲ √3 ਕੀ ਹੋ ਗਿਆ, ਕੈਂਸਲ ਹੋ ਗਿਆ। ਔਰ ਏ ਸਕੁਅਰ ਦੀ ਵੈਲਿਊ ਕਿੰਨੀ ਹੋ ਜੂਗੀ, 4 ਦੀ ਉਧਰ ਕੀ ਹੋ ਜੂਗੀ ਮਲਟੀਪਲਾਈ, 16 ਦੀ 4 ਨਾਲ ਗੁਣਾ ਕੀਤੀ, ਕਿੰਨਾ ਆ ਗਿਆ 16 ਚੌਕੇ 64। ਔਰ ਏ ਸਕੁਅਰ ਦੀ ਵੈਲਿਊ ਕਿੰਨੀ ਆ ਗਈ 64 ਯਾਨੀ 64 ਆ ਗਈ। 64 ਕਿਸ ਦਾ ਸਕੁਅਰ ਹੁੰਦਾ, 8 ਦਾ ਹੁੰਦਾ ਹੈਗਾ, 8 ਦਾ ਵਰਗ ਹੁੰਦਾ ਇਹ। ਤਾਂ ਏ ਦਾ ਜਿਹੜਾ ਵਰਗ ਹੈ ਉਹ ਕਾਹਦੇ ਬਰਾਬਰ ਹੋ ਗਿਆ, 8 ਦੇ ਵਰਗ ਦੇ ਬਰਾਬਰ। ਸਕੁਅਰ ਨਾਲ ਸਕੁਅਰ ਕੱਟਿਆ ਗਿਆ, ਏ ਦੀ ਵੈਲਿਊ ਕਿੰਨੀ ਆ ਗਈ 8 ਆ ਗਈ। ਯਾਨੀ ਸਾਨੂੰ ਪਤਾ ਚੱਲ ਗਿਆ ਉਸ ਤ੍ਰਿਭੁਜ ਦੀ ਜਿਹੜੀ ਭੁਜਾ ਹੈ ਉਹ ਕਿੰਨੀ ਹੈ 8 ਸੈਂਟੀਮੀਟਰ ਹੈ। ਔਰ ਸਾਨੂੰ ਪੁੱਛਿਆ ਹੋਇਆ ਪਰਿਮਾਪ ਪੈਰੀਮੀਟਰ। ਔਰ ਪਰਿਮਾਪ ਦਾ ਜਿਹੜਾ ਫਾਰਮੂਲਾ ਹੁੰਦਾ ਹੈ ਕਿਸੇ ਵੀ ਤ੍ਰਿਭੁਜ ਦਾ ਉਹ 3 ਗੁਣਾ ਸਾਰੀਆਂ ਭੁਜਾਵਾਂ ਦਾ ਜੋੜ ਹੁੰਦਾ। ਇੱਥੇ ਜਿਹੜੀ ਭੁਜਾ ਸੀ ਉਹ ਕਿੰਨੀ ਸੀ ਏ ਸੀ, ਤਾਂ 3 ਗੁਣਾ ਅਸੀਂ 8 ਕਰਾਂਗੇ, 3 ਭੁਜਾਵਾਂ ਉਹਦੀਆਂ 8-8 ਸੈਂਟੀਮੀਟਰ ਦੀਆਂ, 3 ਵਾਰ 8 ਨੂੰ ਜੋੜ ਦਾਂਗੇ, ਇੱਕੋ ਹੀ ਗੱਲ ਹੈ, ਚਾਹੇ 3 ਨਾਲ ਗੁਣਾ ਕਰ ਦਿਓ, ਠੀਕ ਹੈ। ਤਾਂ ਕਿੰਨਾ ਆ ਗਿਆ 8 ਤੀਆ 24 ਸੈਂਟੀਮੀਟਰ। ਤਾਂ ਦੇਖੋ 24 ਸੈਂਟੀਮੀਟਰ ਥਰਡ ਆਪਸ਼ਨ ਦੇ ਵਿੱਚ ਹੈ। ਤਾਂ ਇਹ ਸਾਡਾ ਕੀ ਸੀਗਾ ਰਾਈਟ ਆਨਸਰ। ਸਭ ਤੋਂ ਪਹਿਲਾਂ ਅਸੀਂ ਖੇਤਰਫਲ ਜਿਹੜਾ ਦਿੱਤਾ ਹੋਇਆ ਉਸ ਨੂੰ ਫਾਰਮੂਲੇ ਦੇ ਬਰਾਬਰ ਰੱਖਣਾ ਹੈ। ਉੱਥੋਂ ਸਾਡੇ ਕੋਲੇ ਭੁਜਾ ਦੀ ਵੈਲਿਊ ਆ ਗਈ ਔਰ ਸਾਨੂੰ ਤ੍ਰਿਭੁਜ ਦਾ ਪਰਿਮਾਪ ਯਾਨੀ ਘੇਰਾ ਪੁੱਛਿਆ ਹੋਇਆ, ਪੈਰੀਮੀਟਰ ਪੁੱਛਿਆ ਹੋਇਆ। ਤਾਂ ਇਸ ਦੇ ਨਾਲ ਅਸੀਂ ਕੀ ਕਰਾਂਗੇ, ਤਿੰਨੇ ਭੁਜਾਵਾਂ ਨੂੰ ਜੋੜ ਦਾਂਗੇ ਜਾਂ 3 ਵਾਰ ਉਸਦਾਂ ਦੀ ਗੁਣਾ ਕਰ ਦਾਂਗੇ, ਠੀਕ ਹੈ। ਤਾਂ ਇਹ ਸਾਡੇ ਕੋਲੇ ਕੀ ਆ ਗਿਆ ਆਨਸਰ ਆ ਗਿਆ। ਚਲੋ ਨੈਕਸਟ ਕੁਐਸਚਨ ਹੈ, ਇੱਕ ਸਾਨੂੰ ਵੈਲਿਊ ਦਿੱਤੀ ਹੋਈ ਹੈ, ਉਸ ਦਾ ਅਸੀਂ ਮੁੱਲ ਦੱਸਣਾ ਕਿੰਨਾ ਹੋਊਗਾ। ਤਾਂ ਇਸ ਦੇ ਲਈ ਇੱਕ ਛੋਟਾ ਜਿਹਾ ਫਾਰਮੂਲਾ ਬੇਟਾ ਤੁਸੀਂ ਯਾਦ ਰੱਖਣਾ ਹੈਗਾ। ਤੁਹਾਨੂੰ 1-2 ਫਾਰਮੂਲੇ ਹੈ ਉਹਨੂੰ ਰਿਮੈਂਬਰ ਕਰ ਲਓ, ਉਹਦੇ ਨਾਲ ਇਸ ਤਰ੍ਹਾਂ ਦੇ ਕੁਐਸਚਨ ਆਸਾਨੀ ਨਾਲ ਹੋ ਜਾਂਦੇ ਆ। ਚਲੋ ਪਹਿਲਾਂ ਫਾਰਮੂਲੇ ਦੀ ਗੱਲ ਕਰਦੇ ਹਾਂ, ਕਿਹੜਾ ਫਾਰਮੂਲਾ ਹੈਗਾ, ਠੀਕ ਹੈ। ਦੇਖੋ ਜੇ ਸਾਨੂੰ 1 ਤੋਂ ਲੈ ਕੇ 1 + 2 + 3 + ਅਪ ਟੂ n ਤੱਕ n ਪਹਿਲੀਆਂ n ਪ੍ਰਕਿਰਤਿਕ ਸੰਖਿਆਵਾਂ ਯਾਨੀ ਕੁਦਰਤੀ ਅੰਕ ਜਿਹੜੇ ਨੈਚੁਰਲ ਨੰਬਰ ਹੈ ਉਹਨਾਂ ਦਾ ਜੇ ਅਸੀਂ ਸਮ ਪਤਾ ਕਰਨਾ ਹੋਵੇ, ਜੋੜ ਪਤਾ ਕਰਨਾ ਹੋਵੇ, ਤਾਂ ਉਸ ਦਾ ਜਿਹੜਾ ਫਾਰਮੂਲਾ ਉਹ ਆ ਹੁੰਦਾ n × n + 1/2। ਔਰ ਜੇ ਕਿਤੇ ਤੁਹਾਨੂੰ ਬੇਟਾ ਸਕੁਅਰ ਦਾ ਸਮ ਫਾਈਂਡ ਆਊਟ ਕਰਨਾ ਪੈ ਜੇ 1 ਸਕੁਅਰ 2 ਸਕੁਅਰ 3 ਸਕੁਅਰ ਐਂਡ ਸੋ n ਸਕੁਅਰ ਤੱਕ, ਜੇ ਤਾਂ ਇਕੱਲੇ ਹੀ ਹੋਣੇ ਸਿਰਫ 1 2 3 ਦਾ ਸਮ ਫਾਈਂਡ ਆਊਟ ਕਰਨਾ ਹੈ n ਤੱਕ, ਤਾਂ ਉਸ ਦਾ ਫਾਰਮੂਲਾ ਕੀ ਸੀ n × n + 1/2। ਮੰਨ ਲਓ ਕੁਐਸਚਨ ਹੈ ਸਾਡੇ ਕੋਲੇ 1 ਤੋਂ ਲੈ ਕੇ ਅਸੀਂ 100 ਤੱਕ ਦਾ ਜੋੜ ਲਗਾਤਾਰ ਪਤਾ ਕਰਨਾ ਹੈ, 1 ਤੋਂ ਲੈ ਕੇ 100 ਤੱਕ ਦਾ ਅਸੀਂ ਜੋੜ ਪਤਾ ਕਰਨਾ ਹੈ। ਤਾਂ ਫਾਰਮੂਲਾ ਕੀ ਹੋਊਗਾ, n ਦੀ ਜਗ੍ਹਾ 100 ਭਰ ਦਿਓ, 100 × 100 + 1/2, ਇਹ ਕੱਟਿਆ ਜਾਊਗਾ 50 ਤੇ, ਤਾਂ ਇਹ ਆ ਗਿਆ 50 × 101। ਤਾਂ ਆਸਾਨੀ ਨਾਲ ਹੀ ਹੋ ਗਿਆ ਇਹ ਕੁਐਸਚਨ, ਤਾਂ 5050 ਸਾਡਾ ਆਨਸਰ ਆ ਗਿਆ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਫਾਰਮੂਲਾ ਜਿਹੜੇ ਯੂਜ ਕੀਤੇ ਜਾਂਦੇ ਆ। ਵੈਸੇ ਫਾਰਮੂਲਾ ਰਿਮੈਂਬਰ ਰੱਖਣਾ ਤੁਸੀਂ। ਹੁਣ ਜੇ ਤੁਸੀਂ ਸਕੁਅਰ ਦਾ ਸਮ ਫਾਈਂਡ ਆਊਟ ਕਰਨਾ ਹੈਗਾ, ਪਹਿਲਾਂ ਤਾਂ ਸਿੰਪਲ ਸੀ 1 2 3 n ਦਾ ਸਮ ਫਾਈਂਡ ਆਊਟ ਕੀਤਾ ਫਾਰਮੂਲੇ ਨਾਲ। ਜੇ ਸਕੁਅਰ ਵਾਲਾ ਕੋਈ ਕੁਐਸਚਨ ਆਉਂਦਾ ਹੈ ਤਾਂ ਉਸ ਦਾ ਜਿਹੜਾ ਸਮ ਅਸੀਂ ਫਾਈਂਡ ਆਊਟ ਕਰਨਾ ਉਸ ਦਾ ਫਾਰਮੂਲਾ ਹੁੰਦਾ n × n + 1। ਪਹਿਲਾਂ ਤਾਂ ਸੇਮ ਹੀ ਹੈ, n × n + 1 × 2n + 1/6। ਇਹ ਫਾਰਮੂਲਾ ਹੁੰਦਾ ਇਹਦਾ ਜੇ ਸਕੁਅਰ ਦਾ ਸਮ ਫਾਈਂਡ ਆਊਟ ਕਰਨਾ ਹੋਵੇ। ਔਰ ਜੇ ਕਿਊਬ ਦਾ ਸਮ ਫਾਈਂਡ ਆਊਟ ਕਰਨਾ ਹੈ 1 ਕਿਊਬ 2 ਕਿਊਬ 3 ਕਿਊਬ ਅਪ ਟੂ n ਕਿਊਬ ਤੱਕ, ਤਾਂ ਉਸ ਦਾ ਸਮ ਫਾਈਂਡ ਆਊਟ ਕਰਨ ਦਾ ਮੈਥਡ ਹੈ ਜਿਹੜਾ ਫਸਟ ਫਾਰਮੂਲਾ ਸੀ n × n + 1 ਵਾਲਾ ਸਾਡਾ, ਉਸ ਦਾ ਅਸੀਂ ਸਕੁਅਰ ਕਰ ਦੇਣਾ ਹੁੰਦਾ n × n + 1/2। ਉਸ ਦਾ ਕੀ ਕਰਨਾ ਹੁੰਦਾ ਸਕੁਅਰ। 3 ਫਾਰਮੂਲੇ ਹੈ, ਕਈ ਵਾਰ ਇਹਨਾਂ ਨਾਲ ਰਿਲੇਟਡ ਸਾਡੇ ਕੋਲ ਕੁਐਸਚਨ ਪੁੱਛਿਆ ਜਾਂਦਾ, ਇਹਨੂੰ ਬੇਟਾ ਤੁਸੀਂ ਨੋਟ ਕਰ ਲਓ। ਹੁਣ ਆਪਾਂ ਚੱਲਦੇ ਹਾਂ ਅੱਜ ਦੇ ਕੁਐਸਚਨ ਤੇ, ਜਿਹੜਾ ਕੁਐਸਚਨ ਦੇ ਵਿੱਚ ਅਸੀਂ ਫਾਰਮੂਲਾ ਯੂਜ ਕਰਨਾ ਹੈ, ਠੀਕ ਹੈ। ਸਾਨੂੰ ਇਸ ਦੀ ਵੈਲਿਊ ਫਾਈਂਡ ਆਊਟ ਕਰਨੀ ਸੀ। ਤਾਂ ਆਹ ਦੇਖੋ 1 ਤੋਂ ਲੈ ਕੇ n ਤੱਕ ਦਾ ਸਮ ਹੈ, 1 ਤੋਂ ਲੈ ਕੇ
n तक का की आ वैल्यू है जी उसका सम है। तो यदा फार्मूला साढ़े याद है। तो क्वेश्चन असीं सॉल्व करते हैं। देखो 3n सी माइनस 2/n और ये जी वैल्यू मैं राउंड की है। देखो यदा जो फार्मूला होंगे साढ़े को मैं हुणी लिखवाया सी n इंटू n+1/2। तो 2 नाल 2 की हो गया कैंसल हो गया, n नाल n की हो गया कैंसल हो गया और की बच गया साढ़े को 3n माइनस n। जो असीं माइनस करांगे देखो माइनस का साइन है तो n माइनस का हो जाएगा, 1 भी कहदा हो जाएगा माइनस का। और 3n चो n माइनस किया की बच गया 2n और -1। तो ये साडा आंसर है। देखो थर्ड ऑप्शन दे विच है। तो ये साडा की है राइट आंसर। अगला जिहड़ा क्वेश्चन है साडे कोले 80 विद्यार्थियों द्वारा प्राप्त अंक हेठां दिते हैं, मध्यका वर्ग की होवेगा। तो मध्यका वर्ग पता करन तो पहला देखो साडे कोले वर्ग दिते हुए है 0 तो 10, 10 तो 20, 20 तो 30, 30 तो 40 और नंबर ऑफ स्टूडेंट्स दिता हुआ जिसनों असीं F कहने हुंदे बारंबारता। और एक असीं जो मध्यका बेटा फाइंड आउट करते हैं एक नवां असीं कॉलम बनाने हुंदे हैं। तुहाडे याद होवे CF दा कम्यूलेटिव फ्रीकुएंसी जिन्हों असीं कहने हैं संचयी वारंबारता। ये तुहाडे याद होगा जो असीं क्वेश्चन जिन्हों कीता सी मध्यका वालियां नूं उदों इस असीं कॉलम का निर्माण करते हुंदे बनाने हुंदे आपदे बन्निओ कम्यूलेटिव फ्रीकुएंसी का। और जिहड़े बच्चे ने मध्यका वाले क्वेश्चन नहीं किए हुए जिहड़े स्टूडेंट्स ने वो पहला वीडियो चैनल के उपर अपलोड की हुई है, उसनूं तुसीं वेख सकते हो। देखो पहला जिहड़ा साडे कोले पहली बारंबारता हुंदी है उसनूं असीं एज इट इज लिखना हुंदा। जिहड़ी 3 है 3 का 3 की रह जाएगा वो 3 रह जाएगा। उस दे विच की आ 9 है अगे ऐड करते जाना, 3 च 9 ऐड किया कितना हो गया 12। फिर 12 दे विच कितना ऐड कर देंगे असीं 15 कितना हो गया 27। अगे इसे तरह असीं ऐड करते जाना जोड़ते जाना है। जिवें पहला 3 का 3 लिख लिया, 3 दे विच फिर 9 जोड़िया 12 हो गया, 12 दे विच असीं 15 जोड़िया फिर कितना हो गया 27। 27 दे विच फिर असीं 30 जोड़ देंगे तो ये साडे कोल हो गया 57 57। और फिर इस दे विच असीं 18 जोड़ देंगे ये साडे कोल हो जाएगा 75 75। और फिर इस दे विच असीं 5 ऐड कर दें कितना आ गया 80। तो जिन्ना साडे कोले सम सीगा देखो जिन्ना साडे कोले सम सीगा उन्ने ही स्टूडेंट बनते होंगे। वो ये साडे कोले n की वैल्यू होंदी है जिहड़ा इन्हां सारिਆਂ ਦਾ सम हुंदा 80। ये साडे कोले n हुंदा है, n की वैल्यू कितनी 80। और असीं की करना हुंदा हैगा इसका हाफ करना है n/2। तो 80/2 कितना आ गया 40। 40 की वैल्यू आ गई n/2 की 40। हुण देखो इधर जी संचवी बारंबारता है उस दे विच असीं देखना है 40 कित्थे फिट बैठता है। देखो 40 जिहड़ा 27 तो वड्डा है और 57 तो छोटा है, इन्हां दोनों के विचाले होना चाहिए इत्थे। ठीक है, जिहड़ा 40 है वह 27 तो की हैगा वड्डा है और 57 तो की है छोटा है। तो यह जे असीं संचवी बारंबारता दो देखनी है कम्यूलेटिव फ्रीकुएंसी वाले कॉलम दे विच जिथे जिहड़ा 40 है जिहड़ा n/2 है वो उन्हां दे विचकार होना चाहिए। जो 27 तो वड्डा ते 57 तो की हुंदा छोटा हुंदा है। तो इत्थे होऊगा। ठीक है, इन्हां दे विचकार। तो इस तो जिहड़ी अगली वैल्यू है अगली संचवी बारंबारता जिहड़ी जो विचकार आ गई वैल्यू इत्थे वड्डी जिहड़ी अपने कोले वैल्यू 57 है संचवी बारंबारता उसके सामने वाला जिहड़ा वर्ग हुंदा है वो साडा हुंदा है मध्यका वर्ग। तो वो साडा की हुंदा है मध्यका वर्ग। इस तरह जे तुहानूं बेटा बौलक वर्ग का क्वेश्चन आता है तो उस दे विच जिहड़ी सब तो वड्डी बारंबारता हुंदी है उस दे सामने का जिहड़ा वर्ग हुंदा है उसनूं असीं कहने हुंदे आ बौलक वर्ग। तो मध्यका दे विच की करना हुंदा है सब तो पहला कम्यूलेटिव फ्रीकुएंसी फाइंड आउट करनी है। उस दे विच फिर असीं n/2 की जिहड़ी वैल्यू है वो देखनी है किहड़ी दो टर्म्स है जिन्हां दे विच ओह आउंदी है। देखो 27 तो वड्डी 57 तो छोटी जिहड़ी वड्डी बारंबारता है सी कम्यूलेटिव फ्रीकुएंसी सी उस दे सामने वाला जिहड़ा वर्ग होऊगा वो साडा की होगा मध्यका वर्ग होगा। तो इसका जिहड़ा आंसर सी वो की सीगा 30 तो 40। तो ये राइट आंसर सी। चलो अगला क्वेश्चन देखते हैं हुण आपां। अगला जिहड़ा साडा क्वेश्चन है देखो 4 सेंटीमीटर अर्ध व्यास वाले चक्कर दा खंड AOB केंद्र ते 45 डिग्री का कोण बनाउंदा है। खंड का खेत्रफल की होवेगा। यानी एक सैक्टर हैगा AOB अर्धव्यासी खंड जिन्हों असीं कहने हैं उस दे विच अर्धव्यास 4 सेंटीमीटर है और जिहड़ा एंगल बन रहा वो कितना बन रहा 45 डिग्री का। और असीं अर्धव्यासी खंड का जिहड़ा खेत्रफल है वो असीं फाइंड आउट करना है। तो एक थोड़ा जिहा डायग्राम ना मैं तुहानूं दसदा बेटा ये किवें क्वेश्चन नूं करना आपां।
ਮੰਨ ਲਓ ਇੱਕ ਸਾਡੇ ਕੋਲ ਦੇਖੋ ਬੇਟਾ ਸਰਕਲ ਹੈ, ਉਸ ਦੇ ਵਿੱਚ ਕੀ ਦਿੱਤਾ ਹੋਇਆ, O ਦਾ ਸੈਂਟਰ ਹੈ, ਠੀਕ ਹੈ। ਉਸ ਦੇ ਵਿੱਚ ਇੱਕ ਅਰਧਵਿਆਸੀ ਖੰਡ ਹੈ ਇਸ ਤਰੀਕੇ ਨਾਲ, ਇਹ ਸਾਡੇ ਕੋਲ ਅਰਧਵਿਆਸੀ ਖੰਡ ਬਣ ਗਿਆ। ਆ ਸਾਰਾ ਏਰੀਆ ਜਿਹੜਾ ਇਹਦੇ ਅੰਡਰ ਹੈ ਇਹ ਅਰਧਵਿਆਸੀ ਖੰਡ ਹੈ। ਇਹਦਾ ਜਿਹੜਾ ਅਰਧਵਿਆਸ ਆ ਉਹ ਸਾਡੇ ਕੋਲ ਚੱਕਰ ਦਾ 4 ਸੈਂਟੀਮੀਟਰ ਹੈ। ਔਰ ਜਿਹੜਾ ਐਂਗਲ ਬਣ ਰਿਹਾ ਸੈਂਟਰ ਦੇ ਉੱਪਰ, ਕੇਂਦਰ ਦੇ ਉੱਪਰ AOB ਦੇ ਵਿੱਚ, ਇਹ ਸਾਡੇ ਕੋਲੇ ਕੋਣ ਬਣ ਰਿਹਾ 45 ਡਿਗਰੀ ਦਾ, ਠੀਕ ਹੈ। ਤਾਂ ਅਸੀਂ ਏਰੀਆ ਫਾਈਂਡ ਆਊਟ ਕਰਨਾ, ਤਾਂ ਇਹਦਾ ਮੈਂ ਤੁਸੀਂ ਫਾਰਮੂਲਾ ਹੀ ਯਾਦ ਰੱਖਣਾ। ਜਸਟ ਏਰੀਆ ਫਾਈਂਡ ਆਊਟ ਦਾ ਕਰਨ ਦਾ ਜਿਹੜਾ ਫਾਰਮੂਲਾ ਹੁੰਦਾ ਅਰਧਵਿਆਸੀ ਖੰਡ ਦਾ, ਉਹ ਹੁੰਦਾ ਪਾਈ r ਸਕੁਅਰ ਥੀਟਾ ਬਟਾ 360। ਤਾਂ ਪਾਈ ਦੀ ਵੈਲਿਊ ਪਾਈ ਰੱਖ ਲਓ, r ਦੀ ਵੈਲਿਊ ਅਰਧਵਿਆਸ ਕਿੰਨਾ ਦਿੱਤਾ ਹੋਇਆ 4, 4 ਗੁਣਾ 4, ਥੀਟਾ ਕਿੰਨਾ ਹੈਗਾ, ਥੀਟਾ ਸਾਡੇ ਕੋਲ ਹੈਗਾ 45 ਡਿਗਰੀ ਦਾ ਕੋਣ ਬਣ ਰਿਹਾ। ਥੀਟਾ ਅਸੀਂ ਕਹਿੰਦੇ ਕੋਣ ਨੂੰ, ਇਹ ਸਾਡੇ ਕੋਲ ਥੀਟਾ ਹੁੰਦਾ, ਔਰ ਜਿਹੜਾ ਅਰਧਵਿਆਸ ਆ ਉਹ ਕੀ ਹੁੰਦਾ r। ਤਾਂ ਇਹ ਸਾਡੇ ਕੋਲੇ ਬਟਾ 360, ਇਹਨੂੰ ਅਸੀਂ ਕੱਟ ਦਿੰਦੇ ਹਾਂ। 4 9 36, 90 ਤੇ ਕੱਟਿਆ ਗਿਆ, 45 ਦੂਣਾ 90, 2 ਤੇ ਕੱਟਿਆ ਗਿਆ, ਫਿਰ 2 ਦੂਣੀ 4। ਤਾਂ ਇਹ ਕਿੰਨਾ ਬਚ ਗਿਆ 2 ਗੁਣਾ ਪਾਈ, ਜਾਨੀ 2 ਪਾਈ। ਤਾਂ ਇਹ ਸਾਡੇ ਕੋਲੇ ਰਾਈਟ ਆਨਸਰ ਹੈ। ਬਿਲਕੁਲ ਹੀ ਆਸਾਨ ਜਿਹਾ ਕੁਐਸਚਨ ਸੀ, ਤਾਂ ਇਹਨੂੰ ਅਸੀਂ ਟਿਕ ਕਰ ਦਿੰਦੇ ਹਾਂ। ਤਾਂ 2 ਪਾਈ ਸਾਡਾ ਕੀ ਹੈ ਰਾਈਟ ਆਨਸਰ ਹੈ। बेटा जे तुसी कॉपी के उपर क्वेश्चन नोट करना है तो तुसी की करा करो, वीडियो में पॉज कर लिया करो, रोक लिया करो और नोट डाउन कर लो, ਜਾਂ स्क्रीनशॉट ले लिया करो। तो उत्थों तुहानूं थोड़ा जिहा आसानी हो जाएगी क्वेश्चन नोट करने की। अगला जिहड़ा साडे कोल 8वां क्वेश्चन है, देखो की है, दिते चित्र विच AC BD बिंदु AC ਅਤੇ BD बिंदु P ते कटदियां हन, तो कोण PBA यानी आ जिहड़ा साडा एंगल है ये असीं फाइंड आउट करना हैगा। डायग्राम तुहाडे कोल साइड ते बनिया होया हैगा, देखो डायग्राम दे विच देखते हैं। तो दो जिहड़ियां लाइनां है वो पी ते कट रही हैं और सानूं पुछया होया कोण बी कितना होवेगा, ठीक है, ए बी पी जां PBA। आह वाला जिहड़ा कोण है ये असीं फाइंड आउट करना है। तो दो सानूं एंगल दिते होए, एक तो डी कोण दिता होया 30 डिग्री का और एक इधरली साइड पी कोण दिता होया 70 डिग्री का। देखो जिहड़े शिखर सन्मुख कोण हुंदे आ वो बराबर हुंदे आ, शिखर सन्मुख कोण हुंदे जिहड़े वो बराबर हुंदे आ। जे आ जिहड़ा एंगल है 70 डिग्री का है तो आ एंगल भी कितना होवेगा 70 डिग्री का होवेगा। ये शिखर सन्मुख कोण हुंदे आ अपोजिट वर्टिकल एंगल, जो दो लाइनां एक दूसरे नूं कटदियां है, जिहड़े आ दोनों एंगल हुंदे आ इन्हां नूं असीं बोलदे हैं शिखर सन्मुख कोण जां अपोजिट वर्टिकल एंगल। ये दोनों की हुंदे आ बराबर हुंदे आ, ते एक 70 है तो दूसरा भी कितना होगा 70 होगा, ठीक है। हुण देखो जिहड़ियां दो ट्रायंगल सी, पहली ट्रायंगल दी जिहड़ी AP भुजा सी वो 6 सी और जिहड़ी साडे कोले BP भुजा है वो कितनी है 3 है। जानी जे असीं इन्हां दोनों का अनुपात कढीए AP बटा कर दिए BP, ठीक है, और उधरली एक साडे कोल हैगा 6 बटा 3, ये कैंसल हो जाएगा। जो तुसीं इहनूं कैंसल करदे हैं 3 दूनी 6, ये आ गया साडे कोल 2 बटा 1। इस तरह जे असीं दूसरी ट्रायंगल दे विच PD और PC नूं डिवाइड करते हैं। PD की वैल्यू 5 है, PC की वैल्यू है 2.5, तो असीं इसनूं लिख सकते हैं पॉइंट का जिहड़ा 10 है उपर लगा देंगे। देखो जी उपर, क्योंकि ये तुसीं बेटा याद रखो एक गल नूं, जे मन के चलो 5.1 बटा 2 है तो असीं जो उपर कोई वैल्यू है वो पॉइंट उसका जो 10 है वो बटे च लगाने होंगे। हेठां जे कोई वैल्यू दे विच पॉइंट है तो उसका जो 10 या 100 है उसनूं उपर लगा दिया करो, तो आसानी नाल क्वेश्चन थोड़ा जिहा हो जाता है। इनू कट देंगे आप 5 गुणा 5 25, फिर 5 गुणा 2 10, तो ये आ गया 2 बटा 1। तो दोनों बराबर आ गए। मैं ये कहना चाहना है पहली ट्रायंगल दे विच जिहड़ियां दो भुजावां सी AP और BP, और दूसरी त्रिभुज दे विच दो भुजावां सी PD और PC, दोनों का अनुपात की है देखो बराबर है, 2 बटा 1 आया 2 बटा 1 आया। दो भुजावां दा पहली दो त्रिभुज दे विच, पहली त्रिभुज दे विच दो भुजावां दा अनुपात और दूसरी त्रिभुज दे विच दो भुजावां दा जिहड़ा अनुपात है वह बराबर है, AP बटा PB या BP बराबर है PD बटा PC दे। और उन्हां दे विचकार जिहड़ा कोण है आ वाला, पहली ट्रायंगल दे विच भी 70 डिग्री है P कोण, दूसरी ट्रायंगल दे विच भी जिहड़ा P कोण है वो कितना है 70 डिग्री है। तो दोनों ट्रायंगल की है सिमिलर है, समरूप ने। APB जिहड़ी ट्रायंगल है वो सिमिलर है किहड़ी ट्रायंगल दे DPC दे।
ਤਾਂ ਜਦੋਂ ਦੋ ਟ੍ਰਾਇੰਗਲ ਸਿਮੀਲਰ ਹੁੰਦੇ ਹੈ ਤਾਂ ਉਹਨਾਂ ਦੇ ਜਿਹੜੇ ਅਨੁਸਾਰੀ ਭਾਗ ਹੈ, ਸੰਗਤ ਭਾਗ ਹੈ, ਅਨੁਸਾਰੀ ਕੋਣ ਹੈ ਜਿਹੜੇ ਉਹ ਬਰਾਬਰ ਹੁੰਦੇ ਆ। ਜਿਹੜਾ ਡੀ ਕੋਣ ਹੈ ਉਹ ਕਿਸ ਦੇ ਬਰਾਬਰ ਹੋ ਜਾਏਗਾ, ਏ ਕੋਣ ਦੇ। ਤਾਂ ਕੋਣ ਡੀ ਔਰ ਕੋਣ ਏ ਇਹ ਦੋਨੋਂ ਆਪਸ 'ਚ ਬਰਾਬਰ ਹੋਣਗੇ। ਤਾਂ ਡੀ ਕੋਣ ਸਾਨੂੰ 30 ਡਿਗਰੀ ਦਿੱਤਾ ਹੋਇਆ, ਇਸ ਕਰਕੇ ਜਿਹੜਾ ਏ ਕੋਣ ਹੈ ਉਹ ਕਿੰਨਾ ਹੋ ਜਾਏਗਾ, 30 ਡਿਗਰੀ। ਕਿਸੇ ਟ੍ਰਾਇੰਗਲ ਦੇ ਸਾਰੇ ਐਂਗਲ ਦਾ ਜਿਹੜਾ ਸਮ ਹੁੰਦਾ ਹੈ ਉਹ 180 ਡਿਗਰੀ ਹੁੰਦਾ, ਸਾਨੂੰ ਪਤਾ। ਹੁਣ ਦੋ ਕੋਣ ਸਾਨੂੰ ਪਤਾ ਲੱਗ ਗਏ ਇਸ ਟ੍ਰਾਇੰਗਲ ਦੇ, ਤਾਂ ਜੇ ਤੀਸਰਾ ਕੋਣ ਅਸੀਂ ਬੀ ਕੱਢਣਾ ਹੋਵੇ ਤਾਂ ਅਸੀਂ ਕੱਢ ਸਕਦੇ ਹਾਂ 180 ਡਿਗਰੀ ਤੋਂ ਚੋਂ ਅਸੀਂ ਦੋਨੋਂ ਕੋਣ ਆ ਜਿਹੜੇ 30 ਡਿਗਰੀ ਔਰ 70 ਡਿਗਰੀ ਇਸ ਨੂੰ ਅਸੀਂ ਮਾਈਨਸ ਕਰ ਦਾਂਗੇ। ਤਾਂ ਸਾਡੇ ਕੋਲ ਕਿੰਨਾ ਆ ਗਿਆ, 180 ਡਿਗਰੀ ਚੋਂ ਅਸੀਂ 100 ਡਿਗਰੀ ਮਾਈਨਸ ਕੀਤਾ ਤਾਂ 80 ਡਿਗਰੀ ਸਾਡਾ ਕੀ ਆ ਗਿਆ, ਰਾਈਟ ਆਨਸਰ ਆ ਗਿਆ। ਇਹ ਜਿਹੜਾ ਕੁਐਸਚਨ ਸੀ ਇਹ ਸੋਲਵ ਹੋ ਗਿਆ। ਜਾਣੀ ਇਸ ਦੇ ਵਿੱਚ ਪਹਿਲਾਂ ਇਹੀ ਯਾਦ ਰੱਖਣਾ ਹੈ ਵੀ ਦੋਨੋਂ ਟ੍ਰਾਇੰਗਲ ਸਿਮੀਲਰ ਬਣਦੀਆਂ। ਕਿਉਂ? ਕਿਉਂਕਿ ਪਹਿਲੀਆਂ ਦੋ ਭੁਜਾਵਾਂ ਦਾ ਇੱਧਰ ਪਹਿਲੀ ਟ੍ਰਾਇੰਗਲ ਦੇ ਵਿੱਚ ਦੋ ਭੁਜਾਵਾਂ ਦਾ ਅਨੁਪਾਤ ਔਰ ਦੂਸਰੀ ਟ੍ਰਾਇੰਗਲ ਦੇ ਵਿੱਚ ਦੋ ਭੁਜਾਵਾਂ ਦਾ ਅਨੁਪਾਤ ਹੈ ਜਿਹੜਾ ਉਹ ਬਰਾਬਰ ਹੈ, ਔਰ ਉਹਨਾਂ ਦਾ ਵਿਚਕਾਰਲਾ ਜਿਹੜਾ ਕੋਣ ਹੈ ਦੋਨਾਂ ਭੁਜਾਵਾਂ ਦਾ ਉਹ ਵੀ ਬਰਾਬਰ ਹੈ। ਤਾਂ ਇੱਥੇ ਜਿਹੜਾ ਰੂਲ ਲੱਗਿਆ ਸੀ ਸਾਡੇ ਕੋਲੇ ਸਿਮੀਲਰ ਦਾ ਉਹ ਲੱਗਿਆ ਸੀ SAS, ਭੁਜਾ ਕੋਣ ਭੁਜਾ, ਦੋ ਭੁਜਾਵਾਂ ਦਾ ਅਨੁਪਾਤ ਔਰ ਜਿਹੜਾ ਕੋਣ ਹੈ ਉਹ ਇੱਕ ਬਰਾਬਰ ਹੈ ਵਿਚਕਾਰਲਾ ਕੋਣ, ਇਸ ਕਰਕੇ ਦੋਨੋਂ ਤ੍ਰਿਭੁਜਾਂ ਕੀ ਸੀ, ਸਮਰੂਪ ਸੀ। ਤਾਂ ਉਸ ਦੇ ਨਾਲ ਅਸੀਂ ਜਿਹੜੇ ਤਿੰਨੋਂ ਕੋਣ ਅਸੀਂ ਫਾਈਂਡ ਆਊਟ ਕਰ ਲਏ। ਤਾਂ ਅਗਲੇ ਕੁਐਸਚਨ ਦੇਖਦੇ ਆਪਾਂ ਕੀ ਹੈ। ਅਗਲਾ ਜਿਹੜਾ ਸਾਡਾ ਕੁਐਸਚਨ ਹੈ, ਦੋ ਲਗਾਤਾਰ ਟਾਕ ਸੰਖਿਆਵਾਂ ਦਾ ਜੋੜ ਹਮੇਸ਼ਾ ਹੇਠਾਂ ਦਿੱਤਿਆਂ ਵਿੱਚੋਂ ਕਿਸ ਨਾਲ ਭਾਗ ਹੁੰਦਾ ਹੈ। ਦੋ ਟਾਕ ਸੰਖਿਆਵਾਂ ਦਾ ਜੋੜ ਅਸੀਂ ਲੈਣਾ ਹੈਗਾ। ਤਾਂ ਆਪਾਂ ਇਸ ਨੂੰ ਕਰਕੇ ਦੇਖਦੇ ਹਾਂ ਕੁਐਸਚਨ ਨੂੰ ਬਾਈ ਐਗਜ਼ਾਮਪਲ। ਮੰਨ ਲੈਂਦੇ ਹਾਂ ਅਸੀਂ ਇੱਕ ਪਹਿਲੀ ਟਾਕ ਸੰਖਿਆ ਲੈ ਲਈ 1, ਦੂਸਰੀ ਲੈ ਲਈ ਅਸੀਂ 3। ਕੋਈ ਵੀ ਦੋ ਲੈ ਸਕਦੇ ਹਾਂ, ਪਹਿਲੇ 1 ਤੇ ਫਿਰ 3। ਉਹਨਾਂ ਦਾ ਜੇ ਅਸੀਂ ਜੋੜ ਕਰਿਆ 1 ਤੇ 3 ਦਾ ਜੋੜ ਕਿੰਨਾ ਆ ਗਿਆ, 4। ਫਿਰ ਜੇ ਅਸੀਂ 3 ਤੇ 5 ਲੈਂਦੇ ਹਾਂ, 3 ਔਰ 5 ਤਾਂ ਜੋੜ ਕਿੰਨਾ ਆ ਗਿਆ, 8। ਜੇ ਅਸੀਂ 5 ਤੇ 7 ਲੈਂਦੇ ਹਾਂ ਤਾਂ ਜੋੜ ਕਿੰਨਾ ਆ ਗਿਆ, 12। ਤਾਂ ਤੁਸੀਂ ਦੇਖੋ ਜਿਹੜਾ ਜੋੜ ਹੈ ਉਹ 4 ਦਾ ਟੇਬਲ ਬਣ ਰਿਹਾ, 4 8 12। ਇਸ ਤੋਂ ਬਾਅਦ ਜੇ ਅੱਗੇ ਆਪਾਂ ਕੰਟੀਨਿਊ ਕਰਾਂਗੇ ਤਾਂ ਇਹ ਜਿਹੜੀਆਂ 4 8 ਤੇ 12 ਜਿਹੜੀਆਂ ਸੰਖਿਆਵਾਂ ਬਣਦੀਆਂ ਇਹ ਦੇਖੋ ਕਿਸ ਤੇ ਡਿਵਾਈਡ ਹੋ ਰਹੀਆਂ, ਜਾਂ ਤਾਂ 2 ਨਾਲ ਹੋ ਰਹੀਆਂ ਔਰ ਜਾਂ ਕਿਸ ਨਾਲ ਡਿਵਾਈਡ ਹੋ ਰਹੀਆਂ, 4 ਨਾਲ। ਠੀਕ ਹੈ, ਸਾਰੀਆਂ ਤਿੰਨੋਂ ਆ ਵੀ 2 ਤੇ ਡਿਵਾਈਡ ਹੁੰਦੀ ਹੈ, ਇਹ ਵੀ 2 ਤੇ ਡਿਵਾਈਡ ਹੁੰਦੀ ਹੈ, ਇਹ ਵੀ 2 ਤੇ ਡਿਵਾਈਡ ਹੁੰਦੀ ਹੈ। ਠੀਕ ਹੈ, ਜਿਹੜਾ 4 ਹੈ ਉਹ 4 ਤੇ ਭਾਗ ਹੁੰਦਾ ਹੈ, 8 ਤੇ ਭਾਗ ਹੁੰਦਾ ਹੈ, 12 ਤੇ ਵੀ ਹੁੰਦਾ ਹੈ। ਤਾਂ ਦੋ ਆਨਸਰ ਹੋ ਸਕਦਾ ਸਾਡਾ, 2 ਜਾਂ 4। ਤਾਂ ਹੁਣ ਅਸੀਂ ਆਨਸਰ ਤੇ ਦੇਖਦੇ ਹਾਂ। ਆਨਸਰ ਸਾਨੂੰ 3 ਦਿੱਤਾ ਹੋਇਆ ਪਹਿਲਾਂ ਨਹੀਂ ਹੋ ਸਕਦਾ, ਕਿਉਂਕਿ ਸਾਰੀਆਂ ਦੇਖਣੀਆਂ ਐ ਨਹੀਂ ਵੀ ਜਿਵੇਂ 12 ਹੈ ਉਹ 3 ਤੇ ਤਾਂ ਡਿਵਾਈਡ ਹੋ ਰਹੀ ਹੈ ਪਰ 8 ਨਹੀਂ ਹੋ ਰਹੀ। ਜਿੰਨੇ ਵੀ ਜੋੜ ਬਣੇ ਸੀ ਸਾਰੇ ਦੇ ਸਾਰੇ ਦੇਖਣੇ ਆਪਾਂ। ਠੀਕ ਹੈ, ਜਿਹੜਾ 4 ਸਾਡੇ ਕੋਲ ਆਨਸਰ ਮਿਲ ਗਿਆ ਤਾਂ ਇਹ ਸਾਡਾ ਕੀ ਹੈ, ਰਾਈਟ ਆਨਸਰ। ਜੇ ਇੱਥੇ 2 ਵੀ ਆਨਸਰ ਹੁੰਦਾ ਤਾਂ ਅਸੀਂ ਉਸ 'ਤੇ ਵੀ ਟਿਕ ਕਰਨਾ ਸੀ, ਤਾਂ ਉਹ ਸਾਡਾ ਰਾਈਟ ਆਨਸਰ ਬਣਦਾ। ਠੀਕ ਹੈ, ਇੱਥੇ 4 ਦਿੱਤਾ ਹੋਇਆ ਸੀ, ਅਸੀਂ 4 ਤੇ ਟਿਕ ਕਰਾਂਗੇ। ਇਹ ਸਾਡੇ ਤੋਂ ਕੀ ਹੈ, ਬਾਕੀ ਦੇ ਰੋਂਗ ਆਨਸਰ ਦੇ। ਅੱਗੇ ਚੱਲਦੇ, ਅੱਗੇ ਸਾਡੇ ਕੋਲੇ ਕੁਐਸਚਨ ਹੈ 10ਵਾਂ ਕੁਐਸਚਨ। 15 ਮੀਟਰ 17 ਸੈਂਟੀਮੀਟਰ ਲੰਬੇ ਅਤੇ 9 ਮੀਟਰ 2 ਸੈਂਟੀਮੀਟਰ ਚੌੜੇ ਕਮਰੇ ਦੀ ਛੱਤ ਨੂੰ ਘੱਟੋ ਘੱਟ ਕਿੰਨੀਆਂ ਵਰਗਾਕਾਰ ਟਾਈਲਾਂ ਨਾਲ ਢਕਿਆ ਜਾ ਸਕਦਾ। ਇੱਥੇ ਕੁਐਸਚਨ ਦੇਖਣ ਵਾਲਾ ਕੀ ਸੀ, ਵੈਸੇ ਤਾਂ ਜੇ ਸਾਨੂੰ ਟਾਈਲ ਦਾ ਸਾਈਜ਼ ਦਿੱਤਾ ਹੁੰਦਾ ਤਾਂ ਬਿਲਕੁਲ ਆਸਾਨ ਕੁਐਸਚਨ ਹੋਣਾ ਸੀ। ਇਹ ਕੀ ਕਰਦੇ ਸੀ, ਜਿਹੜਾ ਖੇਤਰਫਲ ਸੀ ਉਸਨੂੰ ਟਾਈਲ ਦੇ ਖੇਤਰਫਲ ਤੇ ਕੀ ਕਰ ਦਿੰਦੇ, ਡਿਵਾਈਡ ਕਰ ਦਿੰਦੇ। ਪਰ ਇੱਥੇ ਕੁਐਸਚਨ ਦੇ ਵਿੱਚ ਕੀ ਹੈ, ਸਾਨੂੰ ਟਾਈਲ ਦਾ ਸਾਈਜ਼ ਨਹੀਂ ਦਿੱਤਾ ਹੋਇਆ। ਜਿਹੜੀ ਟਾਈਲ ਅਸੀਂ ਫਰਸ਼ ਦੇ ਉੱਪਰ ਲਾਉਣੀ ਹੈ ਉਹਦਾ ਸਾਈਜ਼ ਸਾਨੂੰ ਨਹੀਂ ਪਤਾ। ਤਾਂ ਇੱਥੇ ਕੀ ਹੈ, ਇੱਥੇ ਸਾਨੂੰ ਕਿਹਾ ਘੱਟੋ ਘੱਟ ਕਿੰਨੀਆਂ ਵਰਗਾਕਾਰ ਟਾਈਲਾਂ ਲੱਗਣ। ਤਾਂ ਘੱਟੋ ਘੱਟ ਟਾਈਲਾਂ ਦੀ ਗਿਣਤੀ ਪੁੱਛੀ ਹੈ, ਤਾਂ ਸਾਨੂੰ ਜਿਹੜੀ ਟਾਈਲ ਹੈ ਉਹ ਵੱਡੀ ਤੋਂ ਵੱਡੀ ਲੈਣੀ ਪਊਗੀ। ਹੁਣ ਕੁਐਸਚਨ ਇੱਥੇ ਇਹ ਅਰਾਈਜ਼ ਹੁੰਦਾ ਹੈ ਵੀ ਜਿਹੜੀ ਉਹ ਟਾਈਲ ਹੈ ਉਹਦਾ ਸਾਈਜ਼ ਕੀ ਲਿਆ ਜਾਵੇ, ਵੱਡੇ ਤੋਂ ਵੱਡਾ। ਤਾਂ ਇਸ ਦੇ ਲਈ ਸਾਨੂੰ ਕੀ ਕਰਨਾ ਪਊਗਾ, ਜਦੋਂ ਵੀ ਅਸੀਂ ਮੰਨ ਲਓ ਹੁਣ ਟਾਈਲ ਲਗਾਉਣੀ ਹੈ, ਇੱਕ ਮਿੰਟ ਮੈਂ ਤੁਹਾਨੂੰ ਇਸ ਨੂੰ ਡਰਾਅ ਕਰਕੇ ਦੱਸਦਾ। ਮੰਨ ਲੈਂਦੇ ਦੇਖੋ ਇਹ ਸਾਡੇ ਕੋਲ ਛੱਤ ਹੈਗੀ ਇੱਕ। ਠੀਕ ਹੈ, ਤਾਂ ਜਿਹੜੀ ਅਸੀਂ ਟਾਈਲ ਦਾ ਸਾਈਜ਼ ਵੱਡੇ ਤੋਂ ਵੱਡਾ ਲੈਣਾ ਹੋਊ, ਇਸ ਤਰ੍ਹਾਂ ਦਾ ਲੈਣਾ ਹੋਊ ਵੀ ਇਧਰੋਂ ਵੀ ਉਹ ਪੂਰਾ ਪੂਰਾ ਆਵੇ, ਤਿੰਨੋਂ ਜਿਹੜੀ ਆ ਸਾਈਜ਼ ਹੈ ਇਹ ਕੀ ਆਵੇ, ਪੂਰਾ ਪੂਰਾ ਆ ਜਾਏ। ਵੀ ਮੰਨ ਲਓ 3 ਟਾਈਲਾਂ ਲਾਈਆਂ, 3 ਟਾਈਲਾਂ ਨਾਲ ਇਹ ਜਿਹੜਾ ਮਾਪ ਹੈ ਉਹ ਪੂਰਾ ਪੂਰਾ ਆ ਜਾਏ। ਇੱਧਰਲੀ ਸਾਈਡ ਵੀ ਉਹ ਜਿਹੜਾ ਟਾਈਲਾਂ ਦਾ ਜਿਹੜਾ ਮਾਪ ਹੈ ਉਹ ਪੂਰਾ ਪੂਰਾ ਆ ਜਾਏ, ਵੀ ਐ ਨਹੀਂ ਇੱਕ ਟਾਈਲ ਸਾਨੂੰ ਕੱਟਣੀ ਪਵੇ। ਤਾਂ ਸਾਨੂੰ ਇਸ ਤਰ੍ਹਾਂ ਦੀਆਂ ਵਰਗਾਕਾਰ ਟਾਈਲਾਂ ਸੋਚਣੀਆਂ ਜਿਹੜੀਆਂ ਦੋਨੋਂ ਸਾਈਡ ਤੋਂ ਪੂਰਾ ਪੂਰਾ ਮਾਪ ਲੈਂਦੀਆਂ ਹੁਣ। ਤਾਂ ਉਸ ਦੇ ਲਈ ਸਾਨੂੰ ਕੀ ਪਤਾ ਕਰਨਾ ਪਊਗਾ, HCF ਕਿਸ ਦਾ, ਲੰਬਾਈ ਦਾ ਔਰ ਚੌੜਾਈ ਦਾ, ਦੋਨਾਂ ਦਾ। ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਸਾਡੇ ਕੋਲ ਟਾਈਲ ਦਾ ਸਾਈਜ਼ ਆ ਜਾਏਗਾ ਉਹ, ਫਿਰ ਅਸੀਂ ਕੁਐਸਚਨ ਨੂੰ ਈਜ਼ੀਲੀ ਕਰ ਲਾਂਗੇ। ਠੀਕ ਹੈ, ਤਾਂ ਇਹ ਹੁਣ ਆਪਾਂ ਕੁਐਸਚਨ ਕਰਦੇ ਹਾਂ। ਪਹਿਲਾਂ ਸਾਡੇ ਕੋਲ ਜਿਹੜੀ ਲੰਬਾਈ ਹੈ ਦੇਖੋ
ਉਹ ਕਿੰਨੀ ਦਿੱਤੀ ਹੋਈ ਹੈ, ਸਾਨੂੰ ਲੰਬਾਈ ਦਿੱਤੀ ਹੋਈ ਹੈ ਛੱਤ ਦੀ 15 ਮੀਟਰ 17 ਸੈਂਟੀਮੀਟਰ, 15 ਮੀਟਰ 17 ਸੈਂਟੀਮੀਟਰ। ਜੇ इसनूं ਸੈਂਟੀਮੀਟਰਾਂ 'ਚ ਹੀ ਕਨਵਰਟ ਕਰ ਲਈਏ, 15 ਮੀਟਰ ਹੁੰਦਾ ਜਿਹੜਾ ਉਸਦੇ 1500 ਸੈਂਟੀਮੀਟਰ ਬਣ ਜਾਣਗੇ। 1 ਮੀਟਰ 'ਚ 100 ਸੈਂਟੀਮੀਟਰ ਹੁੰਦਾ ਔਰ 17 ਸੈਂਟੀਮੀਟਰ ਹੈ ਸਾਡੇ ਕੋਲੇ। ਇਹ ਸਾਡੇ ਕੋਲੇ ਹੋ ਗਿਆ 1517 ਸੈਂਟੀਮੀਟਰ ਸਾਡੀ ਲੰਬਾਈ ਹੋ ਗਈ ਛੱਤ ਦੀ। ਇਸੇ ਤਰ੍ਹਾਂ ਜੇ ਅਸੀਂ ਚੌੜਾਈ ਦੀ ਗੱਲ ਕਰੀਏ, ਚੌੜਾਈ ਸਾਨੂੰ ਦਿੱਤੀ ਹੋਈ ਸੀਗੀ 9 ਮੀਟਰ 2 ਸੈਂਟੀਮੀਟਰ। ਇੱਥੋਂ ਸਾਡੇ ਕੋਲ ਜਿਹੜੀ ਚੌੜਾਈ ਹੈ 9 ਮੀਟਰ ਦਾ ਸੈਂਟੀਮੀਟਰ ਬਣਾਵਾਂਗੇ 900 ਵਿੱਚ 2 ਅਸੀਂ ਜੋੜ ਦਾਂਗੇ, ਇਹ ਹੋ ਗਿਆ 902 ਸੈਂਟੀਮੀਟਰ। ਅਸੀਂ HCF ਕਿਵੇਂ ਕੱਢਦੇ ਹੁੰਦੇ ਬੇਟਾ, ਫਸਟ ਚੈਪਟਰ ਦੇ ਵਿੱਚ ਅਸੀਂ ਸਿੱਖਿਆ ਹੋਇਆ ਹੈਗਾ HCF ਫਾਈਂਡ ਆਊਟ ਕਰਨਾ। ਕੀ ਕਰਨਾ ਹੈ, ਵੱਡੀ ਵੈਲਿਊ ਨੂੰ ਛੋਟੀ ਵੈਲਿਊ ਤੇ ਡਿਵਾਈਡ ਕਰਨਾ ਹੁੰਦਾ ਹੈ। ਠੀਕ ਹੈ, 1517 ਨੂੰ ਕਿਸ ਤੇ ਡਿਵਾਈਡ ਕਰਾਂਗੇ, 902 ਤੇ। ਤਾਂ 902 ਏਕਮ 902, ਇੱਥੇ ਕਿੰਨਾ ਬਚ ਗਿਆ ਸਾਡੇ ਕੋਲੇ, ਬਚ ਗਿਆ 7 2 ਘਟਾਇਆ 5, 1 ਦਾ 1 ਆ ਗਿਆ, 15 ਚ 9 ਘਟਾਏ 6। ਉਸ ਤੋਂ ਬਾਅਦ ਕੀ ਕਰਨਾ ਹੁੰਦਾ ਹੈ, ਅਸੀਂ ਹੁਣ ਡਿਵਾਈਡ ਕਰਨਾ ਹੈਗਾ। ਕੀ ਕਰਾਂਗੇ, ਜਿਹੜੀ ਵੈਲਿਊ ਤੇ ਪਹਿਲਾਂ ਡਿਵਾਈਡ ਕੀਤਾ ਸੀ ਉਸ ਨੂੰ ਅਸੀਂ ਅੰਦਰ ਰੱਖਾਂਗੇ 902 ਨੂੰ। ਹੁਣ 615 ਨੂੰ 902 ਨੂੰ 615 ਤੇ ਡਿਵਾਈਡ ਕਰਨਾ ਹੈ। 615 ਏਕਮ 615, ਇਹ ਉੱਪਰੋਂ ਬਚ ਗਿਆ ਸਾਡੇ ਕੋਲੇ 12 ਚੋਂ 7 ਘਟਾਵਾਂਗੇ, ਸਾਡੇ ਕੋਲੇ 5 ਘਟਾਵਾਂਗੇ, ਬਚ ਗਿਆ 7। ਇੱਥੇ 9 ਚੋਂ 1 ਘਟਾਇਆ 8, ਫਿਰ 287। ਹੁਣ ਕੀ ਕਰਾਂਗੇ, ਫਿਰ ਡਿਵਾਈਡ ਦਾ ਸਾਈਨ ਬਣਾਵਾਂਗੇ ਔਰ 615 ਨੂੰ ਅੰਦਰ ਰੱਖ ਦਾਂਗੇ। ਇਹ ਜਾਏਗਾ ਹੁਣ 2 ਤੇ 287 ਦੂਣਾ 7 ਦੂਣੀ 14, ਇਹ ਆ ਗਿਆ 574। ਉੱਪਰੋਂ 5 ਚੋਂ 4 ਘਟਾਇਆ 1, 11 ਚੋਂ 7 ਘਟਾਏ 41, ਤਾਂ 41 ਹੁਣ ਅੰਦਰ ਰੱਖ ਦਾਂਗੇ ਅਸੀਂ 287 ਨੂੰ। ਇਹ ਚਲਾ ਗਿਆ 7 ਤੇ 7 ਏਕਮ 7, 7 ਚੋਂ 28, ਪੂਰਾ ਡਿਵਾਈਡ ਹੋ ਗਿਆ। ਜਦੋਂ ਪੂਰਾ ਡਿਵਾਈਡ ਹੋ ਜਾਣਾ ਉਦੋਂ ਰੁਕ ਜਾਣਾ। ਲਾਸਟ ਤੇ ਜਿਸ ਤੇ ਡਿਵਾਈਡ ਕੀਤਾ ਸੀ ਉਹ ਸਾਡਾ HCF ਹੈ। ਤਾਂ HCF ਸਾਡਾ ਕਿੰਨਾ ਹੈ, 41। ਇਹ ਸਾਡੇ ਕੋਲੇ ਕੀ ਆ ਗਿਆ, HCF। ਤਾਂ ਜਾਣੀ ਜਿਹੜੀ ਸਾਡੇ ਕੋਲੇ ਟਾਈਲ ਸੀਗੀ, ਉਸ ਦਾ ਸਾਨੂੰ ਸਾਈਜ਼ ਪਤਾ ਲੱਗ ਗਿਆ। ਜਿਹੜੀ ਅਸੀਂ ਵੱਡੀ ਤੋਂ ਵੱਡੀ ਟਾਈਲ ਲਾਉਣੀ ਹੈ ਉਹ 41 ਸੈਂਟੀਮੀਟਰ ਹੀ ਚੌੜੀ ਹੋਊਗੀ ਔਰ 41 ਸੈਂਟੀਮੀਟਰ ਹੀ ਲੰਬੀ ਹੋਊਗੀ, 41 ਬਾਈ 41 ਦੀ ਉਹ ਹੋਊਗੀ। ਤਾਂ ਜੇ ਅਸੀਂ ਟਾਈਲ ਦਾ ਖੇਤਰਫਲ ਦੀ ਗੱਲ ਕਰੀਏ, ਟਾਈਲ ਦਾ ਖੇਤਰਫਲ ਉਹ ਕਿੰਨਾ ਹੋਊਗਾ, 41 ਗੁਣਾ 41, ਲੰਬਾਈ ਗੁਣਾ ਚੌੜਾਈ ਹੁੰਦਾ ਨਾ, ਭੁਜਾ ਗੁਣਾ ਭੁਜਾ ਵਰਗ ਦਾ ਖੇਤਰਫਲ ਇੰਨਾ ਆ ਜਾਏਗਾ। ਇਹਨੂੰ ਕੱਟਦੇ ਨਹੀਂ ਆਪਾਂ, ਇੱਕ ਵਾਰ ਵੈਸੇ ਹੀ ਰੱਖ ਲੈਂਦੇ ਹਾਂ। ਠੀਕ ਹੈ, ਇਹਨੂੰ ਮਲਟੀਪਲਾਈ ਨਹੀਂ ਕਰਦੇ। ਚਲੋ ਹੁਣ ਆਪਾਂ ਕੁਐਸਚਨ ਕਰਦੇ ਹਾਂ ਆਪਣਾ, ਜਿਹੜਾ ਸਾਨੂੰ ਕੁਐਸਚਨ ਦਿੱਤਾ ਹੋਇਆ ਸੀਗਾ। ਜਿਹੜੀ ਸਾਡੇ ਕੋਲੇ ਟਾਈਲਾਂ ਦੀ ਗਿਣਤੀ ਸਾਨੂੰ ਪੁੱਛੀ ਹੋਈ ਸੀ, ਘੱਟੋ ਘੱਟ ਉਹ ਕਿੰਨੀ ਹੋਊਗੀ, ਉਹ ਕਿਵੇਂ ਫਾਈਂਡ ਆਊਟ ਕਰਾਂਗੇ ਅਸੀਂ। ਫਰਸ਼ ਦਾ ਖੇਤਰਫਲ ਜਿਹੜਾ ਸੀਗਾ, ਫਰਸ਼ ਦਾ ਖੇਤਰਫਲ ਬਟਾ ਕੀ ਕਰਾਂਗੇ ਅਸੀਂ, ਟਾਈਲ ਦਾ ਖੇਤਰਫਲ। ਫਰਸ਼ ਦਾ ਖੇਤਰਫਲ ਬਟਾ ਟਾਈਲ ਦਾ ਖੇਤਰਫਲ, ਇਹ ਸਾਡਾ ਫਾਰਮੂਲਾ ਹੈ ਗਿਣਤੀ ਕੱਢਣ ਦਾ। ਫਰਸ਼ ਕਿੰਨੀ ਲੰਬੀ ਸੀਗੀ, ਦੇਖੋ ਆਪਾਂ 1517 ਸੈਂਟੀਮੀਟਰ ਬਣ ਗਿਆ ਸੀ ਉਹ, ਔਰ ਚੌੜਾਈ ਕਿੰਨੀ ਸੀ ਉਸਦੀ, 902 ਸੈਂਟੀਮੀਟਰ। ਤਾਂ ਉਸ ਨੂੰ ਡਿਵਾਈਡ ਕਰਾਂਗੇ ਟਾਈਲ ਦੇ ਖੇਤਰਫਲ ਤੇ। ਟਾਈਲ ਦਾ ਖੇਤਰਫਲ ਕੀ ਸੀ, 41 ਗੁਣਾ 41। ਇਹਨੂੰ ਕੱਟ ਦਿੰਦੇ ਅਸੀਂ, ਕੈਂਸਲ ਕਰਦੇ ਹੈਗੇ ਤਾਂ ਇਹ ਡਿਵਾਈਡ ਹੋ ਜਾਣਗੇ। 902 ਵੀ 41 ਤੇ ਕੱਟਿਆ ਜਾਊਗਾ ਔਰ 1517 ਵੀ ਜਿਹੜਾ 41 ਤੇ ਕੱਟਿਆ ਜਾਊਗਾ। ਇਹਨੂੰ ਕੈਂਸਲ ਕਰਦੇ ਹਾਂ। 41 ਨੂੰ ਜਦੋਂ ਅਸੀਂ ਕੱਟਾਂਗੇ 41 22 ਤੇ ਕੱਟਿਆ ਜਾਊਗਾ, ਔਰ ਇੱਧਰੋਂ ਇਹਨੂੰ 41 ਨੂੰ ਕੱਟਾਂਗੇ, ਕੱਟਿਆ ਜਾਊਗਾ 37 ਤੇ, ਔਰ 37 ਤੇ 22 ਦੀ ਜਦੋਂ ਅਸੀਂ ਗੁਣਾ ਕਰਾਂਗੇ ਸਾਡੇ ਕੋਲ ਆ ਗਿਆ 814। ਤਾਂ ਸਾਡੇ ਕੋਲ ਟਾਈਲਾਂ ਦੀ ਗਿਣਤੀ ਕਿੰਨੀ ਆ ਗਈ, 814। ਤਾਂ ਇਹ ਜਿਹੜਾ ਸਾਡੇ ਕੋਲੇ ਸੀਗਾ ਆਨਸਰ ਸੀ ਇਸ ਦਾ, ਸੈਕਿੰਡ ਆਪਸ਼ਨ ਕੀ ਹੈ ਸਾਡਾ, ਰਾਈਟ ਆਨਸਰ ਹੈ। ਤਾਂ ਇਹ ਸਾਡੇ ਕੋਲੇ 10 ਕੁਐਸਚਨ ਇਸ ਦੇ ਅਸੀਂ ਸੋਲਵ ਕਰ ਲਏ। ਚੱਲਦੇ ਅਗਲੇ ਕੁਐਸਚਨ ਤੇ। ਅਗਲਾ ਕੁਐਸਚਨ ਹੈ, ਦਿੱਤੇ ਗਏ ਲੇਖ ਵਿੱਚ ਬਹੁਪਦ PX ਦਾ ਹੈ, ਸਿਫਰਾਂ ਦੀ ਗਿਣਤੀ ਅਸੀਂ ਪਤਾ ਕਰਨੀ ਹੈ। ਇਹ ਪਹਿਲਾਂ ਵੀ ਬੇਟਾ ਕੁਐਸਚਨ ਕੀਤਾ ਸੀ, ਮੈਂ ਦੁਬਾਰਾ ਰਿਪੀਟ ਕਰਦਾ ਹਾਂ। ਜਿੰਨੀ ਵਾਰ ਜਿਹੜਾ ਗ੍ਰਾਫ ਹੈ ਬਹੁਪਦ ਦਾ ਉਹ X ਧੁਰੇ ਨੂੰ ਕੱਟੇਗਾ, ਕਿਹੜੇ ਧੁਰੇ ਨੂੰ, X ਧੁਰੇ ਨੂੰ, ਇਸ ਨੂੰ X ਐਕਸਿਸ ਨੂੰ ਅਸੀਂ ਕੱਟੂਗਾ। ਕਿੰਨੇ ਵਾਰ ਕੱਟ ਰਿਹਾ, ਦੇਖੋ 1 ਪੁਆਇੰਟ ਤੇ ਕੱਟ ਰਿਹਾ, ਤਾਂ ਇਸ ਦੀ ਜਿਹੜੀ ਸਿਫਰ ਕੀ ਹੈ, 1 ਹੈ। ਅਗਲਾ ਜਿਹੜਾ ਕੁਐਸਚਨ ਹੈ, ਜੇ 3 ਘਾਤੀ ਬਹੁਪਦ ਤੁਹਾਨੂੰ ਦਿੱਤਾ ਹੋਇਆ ਉਸ ਦੀਆਂ 2 ਸਿਫਰਾਂ 0 ਹੋਣ, ਪਹਿਲੀ ਸਿਫਰ ਵੀ 0 ਹੈ, ਦੂਸਰੀ ਵੀ ਕੀ ਹੈ
0 है। तो तीसरी सिफर की होगी? सिफर का जो जो दो बहुपद की गल करते दो घाती बहुपद की गल करते होंगे आप बेटा, तो सिफर का जोड़ा साडा जोड़ होंदा वो अल्फा प्लस बीटा की होंदा -b/a होंदा, दो घाती की जो गल करते। हुण इत्थे सिफर की हो गई साडे कोले 3 हो गई, ठीक है। तो मैथड उही रहिंदा है की हुंदा है जिहड़ी साडे कोले हाईएस्ट डिग्री हुंदी है, वड्डी घात वाली टर्म हुंदी है, तो उस तो बाद जिहड़ी नैक्सट घात वाली टर्म हुंदी है उन्हां दे जिहड़े गुणांक हुंदे आ उन्हां दे विच ये संबंध हुंदा है, जिहड़े भी हुंदे चाहे दो घाती होवे चाहे 3 घाती होवे, ठीक है। ये च नहीं तुसीं पजल होना। सब तो वड्डी घात दा जिहड़ा गुणांक हुंदा वो ए हुंदा है, उस तो घट जो जिहड़ी घात हुंदी है, मान लो इत्थे 4 घात भी हुंदी तो उसका गुणांक ए ही लाउंदे असीं, उस तो बाद 3 वाली दा असीं बी करदे, ठीक है। ये गल नूं याद रखना, इन्हां दे विच ही दो असीं संबंध लेना हुंदा है। मान लैने जो साडा बहुपद है उसदियां 3 सिफर है, पहली सिफर हैगी अल्फा, दूसरी हैगी बीटा और तीसरी हैगी गामा। इस सिफर के नाम रखते जिमें आप कह सकते हैं XYZ, ठीक है, ਜਾਂ कोई ABC रख लो, तुहाडी मर्जी है जिहड़ा तुसीं रखना चाहुंदे हो। तो ज़्यादातर यही रखे जाते अल्फा बीटा गामा। तो इन्हां दा जिहड़ा जोड़ होਊਗਾ की होਊਗਾ, जिमें आप करते हुंदे सी दो घाती बहुपद दे विच वड्डी घात कितनी है 3, उस तो छोटी घात कितनी है 2, उसका जिहड़ा गुणांक हुंदा उसदे नाल की लाउणा -b/a, -b/a। ए कितना साडे कोले जिहड़ा इहदा गुणांक है, ठीक है, वड्डी घात दा। तो पहली सिफर सानू कितनी दिती हुई है 0, दूसरी सिफर भी सानू की दिती हुई है 0, और की बच गया साडे कोले अगे गामा। तो गामा की वैल्यू की आ गई -b/a, यानी तीसरी सिफर सानू पूछी हुई सी उसकी वैल्यू कितनी है -b/a। तो ये साडा की है राइट आंसर है। चलो नैक्सट क्वेश्चन करते हैं हुण। पी दे किहड़े मुल दे लई हेठां दिते समीकरण जोड़े का एक विलखण हल होवेगा। तो विलखण हल कदों हुंदा है जदों पहले दो का जिहड़ा अनुपात हुंदा है a1/a2 वो बराबर नहीं हुंदा किस दे b1/b2 दे। तो पहले दो का जिहड़ा अनुपात एक्स दे गुणांक है जिहड़े वो लाउणे 4/2, वो बराबर नहीं होना चाहिए किस दे जिहड़े वाई दे गुणांक है। वाई का गुणांक इत्थे कितना p और हेठा कितना सीगा 2। तो 2 नाल 2 कट्टना डायरैक्ट कट दो, नहीं आप मल्टीप्लाई करके कट लांगे, ये मल्टीप्लाई कर दो, इधरों इधर मल्टीप्लाई कर 2p बराबर नहीं होना चाहिए 4 दूनी 8 दे, ठीक है। और p किस दे बराबर नहीं होना चाहिए 8/2, 2 बटे चला जाऊगा, कट दो 4 दे। तो p किस दे बराबर नहीं होना चाहिए 4 दे। ये साडा राइट आंसर है, देखो सैकेंड ऑप्शन। अगे साडा क्वेश्चन है, जेकर दो रेखी समीकरणों के जोड़े असंगत होण तां ग्राफ ते रेखावां की होणगीਆਂ। तो वो देखो जदों एक बिंदु ते कटदियां हुंदियां दो रेखावां तां साडे कोले हुंदा एक विलखण हल। की हुंदा एक विलखण हल, एक हल हुंदा है। जदों दोनों रेखावां नहीं कटदियां समांतर हुंदियां, जां पहला संपाती वाला कर लेने, पहला की कर लेने संपाती। पहली रेखा ये सी, दूजी रेखा भी उहदे उपर ही बन जाती है, उदों असीं कहने इन्हां नूं संपाती रेखावां। और अनेकां हल उदों की हुंदे अनेक हल, क्योंकि अनेक बिंदु सांझे दोनों रेखावां दे विच आ देखो, ठीक है। जदों रेखावां हुंदियां समांतर नहीं कटदियां एक दूजे नूं अगे वधाउण ते, उदों लिखदे असीं कोई हल नहीं, कोई हल नहीं, ठीक है। जदों कोई रेखी जोड़े का हल आउंदा है, यानी जां तां एक हल होवे जां अनेक हल होण, तो उसनूं असीं कहने हैं समीकरण जोड़ा की है संगत है। समीकरण जोड़ा संगत है यानी कंसिस्टेंट है। और जदों दोनों रेखावां समांतर हुंदियां कोई उन्हां दे विच हल नहीं निकलदा, उदों असीं कहने जिहड़ा समीकरण जोड़ा है वो असंगत है यानी इनकनसिस्टेंट है। तो ये साडे कोले याद रखण योग गल है इस दे विच बेटा, जदों एक बिंदु ते कटदे एक हल हुंदा है और जो समीकरण जोड़ा की रहूगा संगत रहूगा। और जदों अनगिनत उन्हां दे विच बिंदु सांझे हुंदे आ, रेखावां संपाती हुंदियां यानी, तां उदों अनेक हल हुंदे आ, उदों की हुंदे अनेक हल और समीकरण जोड़ा की होऊगा संगत होऊगा। असंगत जिहड़ा समीकरण जोड़ा इनकनसिस्टेंट इक्को ही केस दे विच हुंदा है जदों वो समीकरणां दा कोई हल नहीं निकलदा। तो देखो सानू क्वेश्चन दे विच की कहा सी, जेकर दो रेखी समीकरणों के जोड़े असंगत होण। हुण असंगत की गल होई तो सानू पता है रेखावां की होणगीਆਂ समांतर होणगीਆਂ। तो साडा राइट आंसर आ गया।
बिल्कुल आसान क्वेश्चन। अगे चलते हैं। नैक्सट क्वेश्चन, पी दे किस मुल दे लई जिहड़े साडे कोल 3 बिंदु है वो एक रेखा ते होणगे। तो इस क्वेश्चन नूं करन दे लई बेटा एक गल याद रखो, दो मैथड ना कर सकते हैं। एक तो ट्रैंगल का एरिया बराबर 0 रखते हैं, एक तो मैथड मैं शॉर्टकट अज दसन लगेगा, वो आसान है थोड़ा जा। की करना, देखो एक बिंदु दे विच पी है, तुसीं देखो बाकी किसी बिंदु दे विच पी है नहीं गा, है ना। पहला तुसीं इत्थे की करना है, एक मैथड हुंदा साडा y2 माइनस y1 बटा x2 माइनस x1, स्लोप हुंदा लाइन का, तो +1 दे विच फार्मूला यूज किया जाता। आपां जिहड़ा अपना पहला समैसटर है उहदे विच असीं मल्टीपल क्वेश्चन जो सानू आउणगे, 4 उत्तर दिते होणगे, असीं उत्तर ही भालना हैगा, तो सानू ज़्यादा सॉल्व करने के चक्कर च नहीं पैना, असीं शॉर्टकट करते हैं। ठीक है, की करो, सब तो पहला तुसीं बेटा की करना है, जिहड़ा x हैगा ना, x वाले दोनों पॉइंट इन्हां नूं घटाउणा है। -5 चों कितना घटाउणा है, 1। ठीक है, फिर तुसीं y वाली वैल्यू जो पहले पॉइंट की y वाली वैल्यू और दूसरे पॉइंट की y वाली वैल्यू नूं घटाउणा है। ये काम करना तुसीं, कोई 2 पॉइंट लै लेने, एक पी वाला एक भावें तीसरा लै लेंदे तुसीं, आपां पहले 2 पॉइंट लै लए। बराबर काहदे रखना है, हुण की करना है, उपर वाली वैल्यू सेम रख लो, पहला पॉइंट और तीसरा पॉइंट चकते हैं जिन्हां दे विच पी नहीं हैगा। पहला एक्स वाली वैल्यू नूं घटाउणा है, पहला की करना है एक्स वाली वैल्यू नूं ही घटाउणा है। -5 चों कितना घटावांगे असीं 4, फिर असीं की करांगे 1 चों की घटावांगे y वाली वैल्यू चों -2। ये तुसीं सबट्रैक्शन करनी है, ये चीज़ सीखनी है पहला। ठीक है, बिल्कुल आसान है, ये लगता है तुहानूं समझ आ गया होगा। पहला की करना, देखो मैं तुहानूं रिपीट करदा है, एक्स वाली वैल्यू नूं घटाउणा है पहले 2 पॉइंटां 'च, फिर वाई वाली वैल्यू नूं घटाउणा, दोनों नूं वटे कर देना। फिर कोई 2 पॉइंट इहो ਜਿਹੇ सिलेक्ट कर लो जिन्हां विच पी नहीं हैगा, थोड़ा ईजी हो जाता है, दोनों पासे पी नहीं आउणा, एक थां ते आया देखो, है ना। तो उस तरह ही पहला एक्स वाली वैल्यू नूं घटाउणा बटा वाई वाली वैल्यू नूं घटाउणा, इनू सॉल्व कर दो, पी की वैल्यू आ जाऊगी। कितना आ गया साडे कोल, देखो उपर बच गया -5 ते -1, ये आ गया -6 बटा 1 माइनस पी बराबर -5 ते -4 हो गया -9, माइनस ते माइनस आ हेठा प्लस हो जाएंगे 1 + 2, तो ये साडे कोल आ गई वैल्यू आ गई -6 बटा 1 माइनस पी बराबर आ गया -9 बटा 3। इनू कट देंगे, 3 तीए 9, माइनस ना माइनस कटनी इधर कट सकते हैं, 3 नाल 6 भी कट्टा जाऊगा, गुणा कर दो, क्रॉस मल्टीप्लाई जिवें आपां करदे हुंदे। 6 की गुणा 1 ना करांगे, 3 की गुणा इधर करांगे, 3 एकम 3, 3 की पी ना गुणा करी 3 पी, 6 की 1 ना गुणा करी 6 एकम 6, तो -3 पी की वैल्यू कितनी आ गई, आ 3 उधर जाके घट जाएगा, 6 चों 3 घटाए बच गए 3, 6 चों 3 घटाए कितने बच गए 3, पी की वैल्यू आ गई 3 बटा -3, तो कट के 3 एकम 3 -1 आ गई, तो ये साडा की है आंसर है। नैक्सट पेज के उपर ये आंसर दिते हुए सी बेटा, पी की वैल्यू कितनी है -1। तो आसान जा ये मैथड सी, इसनूं तुसीं नोट डाउन कर लो ताकि स्क्रीनशॉट लै लो, तुसीं इसनूं ईजीली याद रख सको। पहला एक्स वाली वैल्यू नूं घटाउणा है, फिर वाई वाली वैल्यू नूं घटाउणा है, बटे करना है, यही कॉन्सैप्ट इहदे विच आपां यूज किया। ठीक है, चलो नैक्सट क्वेश्चन है, दूरी पता करनी। दूरी सूत्र की हुंदा तुहाडे याद होगा, दूरी सूत्र अपने कोल हुंदा सी x2 माइनस x1 स्केयर प्लस y2 माइनस y1 स्केयर। पहला साडे कोले जिहड़ी वैल्यू है x की वैल्यू ये है cos फाई, इस दे विचों असीं दूसरी जिहड़ी x की वैल्यू है कितनी है 0, उसनूं माइनस करना है और उसका स्केयर करना है। इस तरह फिर y2 माइनस y1, पहले दे विच साडे कोल जिहड़ी y की वैल्यू 0 है, ये असीं अगे पिछे भी कर सकते हुंदे, जरूरी नहीं असीं इस कॉस चों आ 0 ही घटाउणी, 0 चों असीं कॉस भी घटा सकते हैं। ठीक है, ये कोई चक्कर वाली गल नहीं, जानी एक्स वाली वैल्यू चो एक्स वाली वैल्यू घटाउणी है, वाई वाली चो वाई वाली वैल्यू घटाउणी है, फिर उसका की करना है स्केयर करना है। हुण 0 चो की माइनस किया साइन, पहला एक्स चो 0 माइनस की, फिर 0 चो साइन माइनस किया, यानी एक्स वाली वैल्यू नूं और वाई वाली वैल्यू नूं घटा के उसका स्केयर करना, फिर उसका की है सारे का स्केयर रूट। तो ये हो गया कॉस स्केयर फाई, इत्थे हो गया साइन स्केयर फाई, एक थीटा हुंदा एक फाई हुंदा, ये सिंबल है बेटा मैथ दे विच यूज करते हैं आपां। देखो थीटा हुंदा हैगा, फाई हुंदा हैगा, इस तरह एक शाई भी हुंदा हैगा इस तरीके नाल, एक गजाई हुंदा हैगा इस तरीके नाल, ये कई साइन है, डेल्टा हुंदा जिवें, ये असीं मैथ दे विच यूज करते हैं। इस तरह एक फाई भी हुंदा। ठीक है, कॉस स्केयर फाई प्लस साइन स्केयर फाई, इसकी वैल्यू कितनी है 1, और 1 का स्केयर रूट कितना हुंदा हैगा
1 ਹੁੰਦਾ क्योंकि cos स्क्वायर प्लस साइन स्क्वायर की वैल्यू कितनी होंगी है 1 होंगी है। cos स्क्वायर थीटा प्लस साइन स्क्वायर थीटा कितना होंदा है 1 होंदा है और 1 का स्क्वायर रूट कितना आ गया 1। तो इसका राइट आंसर की सी 1 सी। अगे चलते हैं अगला क्वेश्चन। जे एक ठोस बेलन विचों एक बराबर व्यास अते उचाई वाला एक शंकु कट दिता जाए तो बाकी ठोस का आयतन पता करो। तो बिल्कुल ही आसान क्वेश्चन है ये। देखो जिहड़ा बेटा सिलेंडर हुंदा एक इस तरीके नाल आपां उसनूं ड्रॉ करते हैं। मान लो ये साडे कोल एक सिलेंडर हैगा, ठीक है, और उस आधार का जानी उन्होंने कहा उस आधार का एक शंकु उस विचों कट दिता गया है। ये क्वेश्चन है। मान लो इत्थों असीं एक शंकु इस तरीके नाल कट दईए, ठीक है, तो यह जिहड़ा बाकी बच गया वो ठोस का सानूं वॉल्यूम पुछया होया। तो एक छोटी जी गल है, जिहड़ा आयतन हुंदा है वॉल्यूम हुंदा है बेलन का वो पाई आर स्क्वायर एच हुंदा है। और सानूं पता है जे सेम आधार उही आधार ते उही उचाई दा, जे मान लो इहदा आधार कितना सीगा अर्ध व्यास कितना सी आर और उचाई कितनी है एच है। तो शंकु का जिहड़ा आयतन हुंदा वो तीजा हिस्सा हुंदा 1/3 हिस्सा हुंदा है। कितना हिस्सा हुंदा 1/3, यानी पूरे एक हिस्से चों असीं 1/3 नूं जे असीं माइनस करते हैं तो 3 साडे कोले एलसीएम आ गया 3 एकम 3 माइनस 1 ये आ गया 2/3। तो बाकी हिस्सा कितना बचूगा 2/3, यानी पूरा हिस्सा पाई आर स्क्वायर माइनस एच सी। उस दे विच उसका तीसरा हिस्सा यानी 1/3 कट देंगे तो कितने हिस्से बचणगे 2 हिस्से बचणगे 2/3। पूरे हिस्से मान लो अपने कोले 3 हिस्से हो गए, एक हिस्सा असीं छड्डता 1/3 तो साडे कोले कितना बच गया 2/3 पाई आर स्क्वायर एच। तो ये सिंपल जिहा क्वेश्चन सी। थर्ड ऑप्शन इसका की है राइट आंसर। तो इसनूं तुसीं माइनस ही करना सी। सिलेंडर के आयतन दे विचों शंकु का जिहड़ा आयतन है उसनूं असीं माइनस करते हैं, एक चों 1/3 घटाउने तो कितना बचदा 2/3 पाई आर स्क्वायर एच साडे कोले बच गया। अगला क्वेश्चन है पहलियां 10 अभाज्य संख्यावां की मध्यका पता करो। तो पहला असीं अभाज्य संख्यावां लिखते हैं जिहड़ियां पहलियां 10 होणगियां उन्होंने पहला राइट डाउन करते हैं किहड़ियां किहड़ियां होणगियां। पहला देखो अभाज्य संख्या जिहड़ी सब तो छोटी है 2 तो शुरू हुंदियां, ये 2 किसी के पहाड़े च नहीं आउंदी, फिर 3 एक नूं असीं अभाज्य संख्या नहीं लेना हुंदा, एक जिहड़ा बेटा हुंदा वो यूनिट नंबर हुंदा हैगा, अभाज्य संख्या नहीं हुंदी। 2 3 फिर 5 फिर 7 फिर 11 उस तो बाद 13 उस तो बाद 17 17 तो बाद 19 19 तो बाद हुंदा 23 23 तो बाद साडे कोले आ जाएगा 29। तो ये देखो तुहाडे कोले कितनियां हो गईयां 10 हो गईयां। इन्हां नूं असेंडिंग ऑर्डर च लिखना हुंदा। मध्यका जो असीं पता करते हैं सब तो पहले चढ़दे क्रम च वाधे क्रम च पहले ही वाधे क्रम दे विच हैगीआं तो मिडल टर्म असीं देखनी हुंदी है जिहड़ी विचकारली टर्म है। बिल्कुल देखो 4 असीं इधरों छड्ड रहे हैं 4 असीं इधरों छड्ड रहे हैं, विचकार साडे कोले 2 टर्मां बच रहीआं इत्थे। जे ये साडे कोले 9 हुंदियां, इत्थे 10 है ना 9 हुंदियां तो साडे कोले विचाले एक टर्म बचनी सीगी। मान लो साडा ये क्वेश्चन हुंदा 9 पहलियां 9 अभाज्य संख्यावां दी मध्यका पता करो तो साडे कोले 23 तक ही हुंदियां। तो असीं साडे कोले असीं इसनूं इस तरीके नाल लिखदे, मैं तुहानूं तां क्लीयर कर रहा बेटा, कई बार सानूं 9 वाला क्वेश्चन भी आ सकदा है ना, तो उदों क्वेश्चन नूं किवें करना हुण असीं किवें करांगे। देखो दोनों 'च फर्क बड़ा है। जे साडे कोले क्वेश्चन ये हुंदा पहलियां 9 अभाज्य संख्यावां दी मध्यका पता करो तो साडे कोले 4 असीं इधरों छड्डदे 4 असीं इधरों छड्डदे तो 11 साडे कोले की बननी सी मध्यका। कदों जदों 9 अभाज्य संख्या जानी टांक की गल होगी। 9 अभाज्य संख्या जे सानूं गिनती है जिहड़ी उन्हां दी ऑड नंबर दिता होगा यानी टांक दिता होगा उदों तक क्वेश्चन बड़ा ईजी हुंदा है। जिहड़ी विचकारली टर्म है वो इक्को ही बचदी हुंदी है, यही साडी की हुंदी है मध्यका हुंदी है। जो 2 बचदियां हुण जो ईवन की गल हुई है 10 की गल हुई है 10 अभाज्य संख्या में हुण आपां अपने क्वेश्चन ते आउणे हैं तो उदों देखो तुहाडे कोले विचकार कितनियां बच गईयां 2 बच गईयां तो उदों जिहड़ी मध्यका होगी उहदा मैथड की है दोनों नूं तुसीं जोड़ करना है और 2 ते भाग कर देने डिवाइड कर देना, इन्हां दा मीन लेना हुंदा, इन्हां दा औसत लेना हुंदा। 11 ते 13 नूं जोड़ांगे 2 ते भाग करांगे, ये बन गया 24/2 कट के कितना आ गया साडे कोले 12, कितना आ गया कैंसल करके 12 12 साडा की है राइट आंसर। तो इस तरीके नाल क्वेश्चन नूं करना है जो सानूं की दिता हुआ ईवन नंबर दिता हुआ 10 अभाज्य संख्यावां की गल करिए जो जिसत की गल होगी, ठीक है, तो उदों विचकार 2 बचदियां और 2 का की कढ़ना हुंदा है मीन कढ़ना हुंदा है। अगला जिहड़ा क्वेश्चन है देखो 19वां क्वेश्चन
भिन्न रूप ਵਿੱਚ ਲਿਖਣਾ ਹੈਗਾ ਸਾਨੂੰ। ਅਸੀਂ ਫ੍ਰੈਕਸ਼ਨ ਸਾਨੂੰ ਦਿੱਤੀ ਹੋਈ ਹੈ ਡੈਸੀਮਲ ਫ੍ਰੈਕਸ਼ਨ, ਅਸੀਂ भिन्न रूप 'ਚ ਲਿਖਣਾ ਹੈਗਾ। ਇਸ ਦੇ ਲਈ ਬੇਟਾ ਇੱਕ ਫਾਰਮੂਲਾ ਤੁਸੀਂ ਯਾਦ ਰੱਖੋ, ਮੈਂ ਲਿਖ ਰਿਹਾ ਹੈਗਾ ਉਸ ਨੂੰ। ਕੀ ਲਿਖੋ? ਪੂਰੀ ਸੰਖਿਆ ਬਿਨਾਂ ਬਾਰ ਅਤੇ ਦਸ਼ਮਲਵ ਤੋਂ, ਬਿਨਾਂ ਬਾਰ ਅਤੇ ਦਸ਼ਮਲਵ ਤੋਂ, ਇਹ ਗੱਲ ਯਾਦ ਰੱਖਣੀ ਪਹਿਲਾਂ। ਬਿਨਾਂ ਬਾਰ, ਬਾਰ ਨਹੀਂ ਲਾਉਣਾ, ਔਰ ਅਤੇ ਦਸ਼ਮਲਵ ਤੋਂ ਜਿਹੜਾ ਪੁਆਇੰਟ ਹੈ ਉਹ ਵੀ ਨਹੀਂ ਲਾਉਣਾ। ਉਸ ਤੋਂ ਬਿਨਾਂ ਅਸੀਂ ਪੂਰੀ ਸੰਖਿਆ ਲਿਖਣੀ ਹੈ। ਉਸ ਦੇ ਵਿੱਚੋਂ ਮਾਈਨਸ ਅਸੀਂ ਕੀ ਕਰਨਾ ਹੈਗਾ? ਮਾਈਨਸ ਕਰਨਾ ਹੈ ਬਾਰ ਤੋਂ ਪਹਿਲਾਂ ਸੰਖਿਆ, ਬਾਰ ਤੋਂ ਪਹਿਲਾਂ ਸੰਖਿਆ, ਠੀਕ ਹੈ। ਔਰ ਬਟੇ ਕੀ ਲਾਉਣਾ ਉਹ ਮੈਂ ਤੁਹਾਨੂੰ ਦੱਸੂਗਾ, ਬਟੇ ਕੀ ਲੱਗਦਾ ਹੁੰਦਾ, ਠੀਕ ਹੈ। ਇਹ ਕੁਐਸਚਨ ਮਾਰਕ ਲਗਾਤਾ ਆਪਾਂ। ਤਾਂ ਇਹ ਇੱਕ ਮੈਥਡ ਹੈਗਾ ਜਿਹਦੇ ਨਾਲ ਅਸੀਂ ਡਾਇਰੈਕਟ ਅਸੀਂ ਦੱਸ ਸਕਦੇ ਹਾਂ ਵੀ ਡੈਸੀਮਲ ਫ੍ਰੈਕਸ਼ਨ ਕੀ ਬਣੂਗੀ। ਤਾਂ ਛੋਟਾ ਜਿਹਾ ਇਹ ਟੌਪਿਕ ਹੈ, ਉਸਨੂੰ ਆਪਾਂ ਕਲੀਅਰ ਕਰਦੇ ਹਾਂ। ਮੰਨ ਲਓ ਜੇ ਤਾਂ ਤੁਹਾਡੇ ਕੋਲ ਡਾਇਰੈਕਟ ਹੀ ਹੁੰਦਾ ਵੀ 0.25 ਹੈ, ਉਸ ਦਾ ਜਿਹੜਾ ਫ੍ਰੈਕਸ਼ਨ ਕੀ ਬਣੂਗੀ ਅਸੀਂ ਲਿਖ ਦਿੰਦੇ 25/100, ਕਿਉਂਕਿ ਇਹਦੇ ਉੱਪਰ ਕੋਈ ਬਾਰ ਨਹੀਂ ਲੱਗੀ ਹੋਈ ਨਾ, ਉਹ ਤਾਂ ਇਹ ਅਸੀਂ ਡਾਇਰੈਕਟ ਹੀ ਕਰਨਾ ਹੁੰਦਾ। 25 ਚੌਕਾ 100 ਕੱਟ ਕੇ ਆ ਗਿਆ 1/4 ਜਿਹੜੀ ਬਣਦੀ ਹੈ ਫ੍ਰੈਕਸ਼ਨ। ਜਦੋਂ ਬਾਰ ਲੱਗੀ ਹੁੰਦੀ ਹੈ, ਮੰਨ ਕੇ ਚੱਲੋ ਹੁਣ ਅਸੀਂ ਕੱਢਣਾ ਸੀ, ਦੇਖੋ 231.155 ਦੇ ਉੱਪਰ ਮੰਨ ਲਓ ਬਾਰ ਲੱਗੀ ਹੋਈ ਹੈ। ਤਾਂ ਸਾਡਾ ਮੈਥਡ ਕੀ ਹੋਊਗਾ? ਅਸੀਂ ਪਹਿਲਾਂ ਬਿਨਾਂ ਬਾਰ ਤੋਂ ਸੰਖਿਆ ਲਿਖਾਂਗੇ ਸਾਡੀ 2315, ਔਰ ਮਾਈਨਸ ਕਰ ਦਾਂਗੇ ਬਾਰ ਤੋਂ ਪਹਿਲਾਂ ਸੰਖਿਆ ਕਿਹੜੀ? 231। ਦਸ਼ਮਲਵ ਨੂੰ ਇੱਕ ਵਾਰ ਭੁੱਲ ਜਾਣਾ, ਠੀਕ ਹੈ। 2315 ਦੇ ਵਿੱਚੋਂ ਮਾਈਨਸ ਕੀ ਕਰਤਾ? 231। ਪਹਿਲਾਂ ਅਸੀਂ ਸੰਖਿਆ ਲਿਖੀ ਬਿਨਾਂ ਬਾਰ ਤੇ ਬਿਨਾਂ ਦਸ਼ਮਲਵ ਤੋਂ, ਫਿਰ ਅਸੀਂ ਸੰਖਿਆ ਲਿਖਣੀ ਹੈ ਬਾਰ ਤੋਂ ਪਹਿਲਾਂ ਵਾਲੀ 231, ਔਰ ਬਟਾ ਕੀ ਕਰਨਾ ਹੈ? ਦੇਖੋ ਬਾਰ ਕਿੰਨੇ ਅੰਕਾਂ ਦੇ ਉੱਪਰ ਹੈ, ਦੇਖੋ ਤੁਸੀਂ 1 ਦੇ ਉੱਪਰ ਹੈ, ਤਾਂ ਉਸ ਦਾ ਲਗਾਉਣਾ 9। ਜਿਨ੍ਹਾਂ ਦੇ ਉੱਪਰ ਬਾਰ ਨਹੀਂ ਹੈਗੀ ਦਸ਼ਮਲਵ ਤੋਂ ਬਾਅਦ 1 ਦੇ ਉੱਪਰ ਹੈ ਨਹੀਂ, ਉਹਦੀ ਲਗਾਉਣੀ ਹੈ 0। ਇਹ ਸਾਡਾ ਆਨਸਰ ਬਣੂਗਾ। ਜਦੋਂ ਇਹਨੂੰ ਅਸੀਂ ਸੋਲਵ ਕਰਾਂਗੇ ਸਾਡਾ ਕੀ ਆਊਗਾ? ਆਨਸਰ ਆਊਗਾ। ਹੁਣ ਸਾਡਾ ਜਿਹੜਾ ਕੁਐਸਚਨ ਸੀ ਆਪਾਂ ਉਸ 'ਤੇ ਚੱਲਦੇ ਹਾਂ। ਕੁਐਸਚਨ ਸਾਡਾ ਸੀਗਾ 0.001, ਇੱਥੇ 3 ਅੰਕਾਂ ਦੇ ਉੱਪਰ ਬਾਰ ਹੈ। ਪਹਿਲਾਂ ਜਿਹੜੀ ਸੰਖਿਆ ਸੀ ਉਹ ਲਿਖੀ, ਸੰਖਿਆ ਕੀ ਸਾਡੀ 1, ਬਿਨਾਂ ਦਸ਼ਮਲਵ ਤੇ ਬਿਨਾਂ ਬਾਰ ਤੋਂ ਕਿਹੜੀ ਸੰਖਿਆ ਹੈ? 1 ਹੈ। ਉਸ ਦੇ ਵਿੱਚੋਂ ਮਾਈਨਸ ਕਰਾਂਗੇ ਅਸੀਂ ਬਾਰ ਤੋਂ ਪਹਿਲਾਂ ਸੰਖਿਆ ਕੀ ਹੈ? 0, ਔਰ ਬਟੇ ਕੀ ਲੱਗੂਗਾ? ਮੈਂ ਤੁਹਾਨੂੰ ਕਿਹਾ ਸੀ ਜਿੰਨੇ ਅੰਕਾਂ ਦੇ ਉੱਪਰ ਬਾਰ ਹੈ ਦਸ਼ਮਲਵ ਤੋਂ ਬਾਅਦ ਉਹਨਾਂ ਦਾ 9 ਲਗਾਉਣਾ ਹੈ। ਇੱਥੇ 9 ਲੱਗਣਾ, ਇਹਨਾਂ ਦਾ ਤਿੰਨਾਂ ਦਾ ਕੀ ਲੱਗਣਾ? 9, ਔਰ 0 ਨਹੀਂ ਲੱਗੂਗੀ। ਕਿਉਂ? ਕਿਉਂਕਿ ਕੋਈ ਵੀ ਦਸ਼ਮਲਵ ਤੋਂ ਬਾਅਦ ਜਿਹੜਾ ਅੰਕ ਹੈ ਉਹ ਬਿਨਾਂ ਬਾਰ ਤੋਂ ਹੈ ਹੀ ਨਹੀਂ। ਜੇ ਇਹੀ ਕੁਐਸਚਨ ਮੰਨ ਕੇ ਚਲੋ ਬੇਟਾ ਇਸ ਤਰੀਕੇ ਨਾਲ ਹੁੰਦਾ 0.001, ਇਸ ਤਰੀਕੇ ਨਾਲ ਹੁੰਦਾ, 2 ਤੇ ਬਾਰ ਹੁੰਦੀ, 1 ਤੇ ਬਾਰ ਨਹੀਂ ਹੁੰਦਾ, ਫਿਰ ਸਾਡਾ ਆਨਸਰ ਕੀ ਹੋਣਾ ਸੀ? ਹੁਣ ਇੱਥੇ ਸਾਡਾ ਆਨਸਰ ਆ ਚੁੱਕਿਆ 1/999, 1/999। ਅਸੀਂ ਇਸ ਕੁਐਸਚਨ ਨੂੰ ਤਾਂ ਟਿਕ ਕਰ ਹੀ ਦਿੰਦੇ ਹਾਂ, ਲਾਸਟ ਆਪਸ਼ਨ। ਹੁਣ ਜੇ ਕੁਐਸਚਨ ਇਸ ਤਰੀਕੇ ਨਾਲ ਹੁੰਦਾ 2 ਤੇ ਬਾਰ ਹੁੰਦੀ, ਪਹਿਲਾਂ ਤਾਂ ਉਹੀ ਗੱਲ ਅਸੀਂ ਲਿਖਦੇ ਸੰਖਿਆ ਕਿੰਨੀ ਸਾਰੀ ਇਹ ਬਿਨਾਂ ਬਾਰ ਤੇ ਬਿਨਾਂ ਦਸ਼ਮਲਵ ਤੋਂ 1 ਹੈ। ਉਸ ਤੋਂ ਘਟਾਵਾਂਗੇ ਕਿ ਬਾਰ ਤੋਂ ਪਹਿਲਾਂ ਸੰਖਿਆ ਕੀ ਹੈ? ਸਾਡੇ ਕੋਲ 0 ਹੀ ਹੈ, 0, ਔਰ ਬਟਾ ਕੀ ਲੱਗੂਗਾ? 2 ਦੇ ਉੱਪਰ ਦੇਖੋ ਦਸ਼ਮਲਵ ਤੋਂ ਬਾਅਦ ਬਾਰ ਸੀ 9, 9, ਔਰ 1 ਦੇ ਉੱਪਰ ਬਾਰ ਨਹੀਂ ਹੈਗੀ, ਇਹਦੇ ਉੱਪਰ ਉਹਦੀ ਕੀ ਲੱਗਣੀ ਹੈ? 0। ਜਿਹੜੇ ਅੰਕ ਦੇ ਉੱਪਰ ਬਾਰ ਨਹੀਂ ਹੈਗੀ ਉਹਦੀ ਕੀ ਲੱਗਣੀ ਹੁੰਦੀ ਹੈ? 0, ਚਾਹੇ ਉਹ ਕਿੰਨਾ ਹੀ ਹੁੰਦਾ, ਠੀਕ ਹੈ। ਤਾਂ ਇਹ ਸਾਡਾ ਕੀ ਆਉਂਦਾ ਸੀ? ਆਨਸਰ। ਤਾਂ ਇੱਕ ਅੱਧਾ ਐਗਜ਼ਾਮਪਲ ਮੈਂ ਤੁਹਾਨੂੰ ਹੋਰ ਸਮਝਾਉਣਾ ਇਸ ਕਨਸੈਪਟ ਦਾ। ਕੁਐਸਚਨ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ ਤਾਂ ਕਿ ਤੁਹਾਡੇ ਯਾਦ ਹੋ ਜੇ। ਮੰਨ ਲਓ ਕੁਐਸਚਨ ਸਾਡਾ ਇਹ ਹੈ ਹੁਣ 0.235, 5 ਦੇ ਉੱਪਰ ਬਾਰ ਹੈਗੀ ਹੈ, ਤਾਂ ਇਸ ਦਾ ਦਸ਼ਮਲਵ ਰੂਪ ਕੀ ਹੋਊ? ਪਹਿਲਾਂ ਅਸੀਂ ਸੰਖਿਆ ਲਿਖਾਂਗੇ 235, ਮਾਈਨਸ ਕਰਾਂਗੇ 23 ਬਾਰ ਤੋਂ ਪਹਿਲਾਂ ਸੰਖਿਆ। ਪਹਿਲਾਂ ਬਿਨਾਂ ਬਾਰ ਤੋਂ ਸਾਰੀ ਸੰਖਿਆ ਲਿਖਣੀ ਹੈ, ਮਾਈਨਸ ਬਾਰ ਤੋਂ ਪਹਿਲਾਂ ਵਾਲੀ ਸੰਖਿਆ ਲਿਖਣੀ ਹੈ, ਬਟਾ ਕੀ ਕਰਨਾ ਹੈਗਾ? ਹੁਣ ਦੇਖੋ ਕਿੰਨਿਆਂ ਦੇ ਉੱਪਰ ਬਾਰ ਹੈ? 1 ਦੇ ਉੱਪਰ, ਉਹਦਾ ਲੱਗੂਗਾ 9। ਕਿੰਨਿਆਂ ਦੇ ਉੱਪਰ ਬਾਰ ਨਹੀਂ ਹੈਗੀ? 2 ਦੇ ਉੱਪਰ, ਉਹਨਾਂ ਦੇ ਕੀ ਲੱਗਣੀ ਹੈ? 2, 0। ਤਾਂ ਇਹ ਸਾਡਾ ਆਨਸਰ ਆ ਜਾਊਗਾ। 5 ਚੋਂ 3 ਘਟਾਏ ਸਾਡੇ ਕੋਲ ਬਚ ਗਿਆ 2, 3 ਚੋਂ 2 ਘਟਾਇਆ 1, ਔਰ 212, 212/900। ਇਹਨੂੰ ਕੈਂਸਲ ਕਰ ਦਿਓ, ਜਿਹੜੇ ਕੈਂਸਲ ਹੁੰਦੇ ਅੱਗੇ, ਤਾਂ ਉਹ ਸਾਡਾ ਆਨਸਰ ਬਣ ਜਾਊਗਾ। ਤਾਂ ਇਹ ਸਾਡਾ ਕੰਸੈਪਟ ਹੈ ਜਿਹੜੇ ਨੂੰ ਅਸੀਂ ਯੂਜ਼ ਕਰਦੇ ਹਾਂ। ਚਲੋ ਇਹ ਕੁਐਸਚਨ ਸਾਡਾ ਸੋਲਵ ਹੋ ਗਿਆ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ। ਇਹ ਅੱਜ ਦਾ ਆਪਣਾ ਲਾਸਟ ਕੁਐਸਚਨ ਹੈ, ਕਿਉਂਕਿ ਇੰਨੀ ਵੀਡੀਓ ਬਹੁਤ ਲੈਂਥੀ ਹੋ ਜੂਗੀ। ਤਾਂ ਆਪਾਂ ਜਿਹੜੇ ਬਾਕੀ ਕੁਐਸਚਨ ਨੇ ਉਹ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਇਸੇ ਪੇਪਰ ਦੇ ਆਪਾਂ 2 ਪਾਰਟ ਦੇ ਵਿੱਚ ਇਹ ਵੀਡੀਓ ਨੂੰ ਕੰਪਲੀਟ ਕਰਾਂਗੇ ਤਾਂ ਕਿ ਸਾਰੇ ਕੁਐਸਚਨ ਵਧੀਆ ਤਰੀਕੇ ਨਾਲ ਸਮਝ ਆ ਜਾਣ। ਅੱਗੇ ਹੈ 3 ਘਾਤੀ 2 ਪਦੀ ਕਿਹੜੀ ਹੈ? ਪਹਿਲੀ ਗੱਲ ਘਾਤ 3 ਹੋਣੀ ਚਾਹੀਦੀ ਹੈ, ਪਦ ਕਿੰਨੇ ਹੋਣੇ ਚਾਹੀਦੇ ਉਸ 'ਚ? 2। 3 ਘਾਤੀ 2 ਪਦੀ, ਇਹਦੇ ਵਿੱਚ ਦੇਖੋ ਘਾਤ ਪਹਿਲੇ 'ਚ 3 ਸੀ ਪਰ ਪਦ ਕਿੰਨੇ ਆ? 4 ਹੈ। ਪਹਿਲਾ, ਦੂਸਰਾ, ਤੀਸਰਾ, ਚੌਥਾ। ਤਾਂ ਇਹ ਸਾਡਾ ਆਨਸਰ ਨਹੀਂ ਹੈਗਾ।
ਇਹਦੇ ਵਿੱਚ ਘਾਤ 3 ਹੈਗੀ ਹੈ, ਪਦ ਕਿੰਨੇ 3 ਹੈ, ਇਹ ਵੀ ਸਾਡਾ ਆਨਸਰ ਨਹੀਂ ਹੈਗਾ। ਇਹਦੇ ਵਿੱਚ ਘਾਤ 3 ਹੈਗੀ ਹੈ, ਪਦ ਇੱਕੋ ਹੀ ਹੈ, ਇਹ ਵੀ ਨਹੀਂ ਹੈਗਾ। ਤਾਂ ਆਹ ਸਾਡਾ ਆਨਸਰ ਹੈਗਾ। ਇਹ ਦੇਖੋ ਘਾਤ ਵੀ 3 ਹੈਗੀ ਹੈ x ਦੀ ਵੱਡੀ ਤੋਂ ਵੱਡੀ, ਔਰ 2 ਪਦ ਵੀ ਹੈਗੇ ਆ। ਤਾਂ ਇਹ ਸਾਡਾ ਕੀ ਹੈ, ਰਾਈਟ ਆਨਸਰ ਹੈ। ਤਾਂ ਉਮੀਦ ਕਰਦੇ ਹਾਂ ਬੇਟਾ ਅੱਜ ਦੀ ਜਿਹੜੀ ਕਲਾਸ ਹੈ, ਅੱਜ ਦੀ ਜਿਹੜੀ ਤੁਹਾਨੂੰ ਕੁਐਸਚਨ ਕਰਵਾਏ ਗਏ ਸਮਝ ਆਏ ਹੋਣਗੇ। ਤਾਂ ਮਿਲਦੇ ਹਾਂ ਅਗਲੀ ਕਲਾਸ ਦੇ ਵਿੱਚ, ਜਿਹੜਾ ਇਹਦਾ ਕੁਐਸਚਨ ਜੇ ਬਾਕੀ ਬਚ ਗਏ ਨੈਕਸਟ ਪਾਰਟ ਦੇ ਵਿੱਚ ਆਪਾਂ ਸਾਰੇ ਕੁਐਸਚਨ ਨੂੰ ਸੋਲਵ ਕਰਾਂਗੇ ਇਸ ਪੇਪਰ ਦੇ। ਔਰ ਲਗਭਗ ਜਿੰਨੇ ਵੀ ਕੁਐਸਚਨ ਨੇ ਉਹਨਾਂ ਨੂੰ ਆਪਾਂ ਜਿੰਨੇ ਆਪਣੇ ਕੋਲੇ ਪੇਪਰ ਦਿੱਤੇ ਹੋਏ ਹੈਗੇ ਬੁੱਕ ਦੇ ਵਿੱਚ, ਸਾਰੇ ਪੇਪਰਾਂ ਦੀ ਆਪਾਂ ਲਗਭਗ 2-2 ਵੀਡੀਓ ਜ਼ਰੂਰ ਬਣਾਵਾਂਗੇ, ਤਾਂ ਕਿ ਸਾਰੇ ਕੁਐਸਚਨ ਨੂੰ ਆਪਾਂ ਕੰਪਲੀਟ ਡਿਸਕਸ ਕਰੀਏ, ਤਾਂ ਕਿ ਐ ਨਾ ਹੋਵੇ ਵੀ ਕੋਈ ਸਾਡਾ ਕਨਸੈਪਟ ਆ ਜਿਹੜਾ ਉਹ ਮਿਸ ਹੋ ਜੇ। ਧੰਨਵਾਦ।